एवरीवन वेलकम टू विक्टर्स नॉलेज दिस इज चीनू शर्मा सो आज मैं ਤੁਹਾਡੇ ਨਾਲ ਇੱਕ ਹੋਰ ਇੰਪੋਰਟੈਂਟ ਡੈਮੋ ਲੈਕਚਰ ਲੈ ਕੇ ਆਈ ਹਾਂ ਫਰੋਮ ਦ ਕੋਰਸ ਆਫ ਪੰਜਾਬ ਪੁਲਿਸ ਸਬ ਇੰਸਪੈਕਟਰ ਐਂਡ ਕਾਂਸਟੇਬਲ ਸੋ ਜਿਹੜਾ ਕੋਰਸ ਚੱਲ ਰਿਹਾ ਇਹਦੇ ਵਿੱਚੋਂ ਕੁਝ ਇੰਪੋਰਟੈਂਟ ਟੌਪਿਕਸ ਨੇ ਸਬਜੈਕਟਸ ਨੇ ਜਿਨ੍ਹਾਂ ਦੇ ਮੈਂ ਇੱਕ ਦੋ ਤੁਹਾਡੇ ਨਾਲ ਸਲਾਈਡ ਸ਼ੇਅਰ ਕਰੂੰਗੀ ਸੋ ਦੈਟ ਯੂ ਕੈਨ ਗੈਟ ਐਨ ਆਈਡੀਆ ਕਿ ਜਿਹੜਾ ਕੋਰਸ ਚੱਲ ਰਿਹਾ ਉਹਦੇ ਵਿੱਚ ਮੈਂ ਲੈਕਚਰ ਕਿਵੇਂ ਕਰਵਾ ਰਹੀ ਹਾਂ सो सब तो पहला अवेयरनेस ऑफ इशूज़ ਨਾਲ ਰਿਲੇਟਡ ਕੁਝ ਮੈਂ ਇੰਪੋਰਟੈਂਟ ਟੌਪਿਕਸ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਸ ਤੋਂ ਬਾਅਦ ਲੀਗਲ ਰੀਜ਼ਨਿੰਗ ਦੇ ਤੇ ਲਾਸਟ ਵਿੱਚ ਰੀਜ਼ਨਿੰਗ ਦੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦਾ ਡਾਊਟ ਆਉਂਦਾ ਕਿ ਰੀਜ਼ਨਿੰਗ ਨੂੰ ਮੈਂ ਕਿਵੇਂ ਕਵਰ ਕਰਵਾ ਰਹੀ ਹਾਂ ਕਿਵੇਂ ਉੱਥੇ ਕਨਸੈਪਟ ਡਿਸਕਸ ਕਰ ਰਹੀ ਹਾਂ ਸੋ ਕਨਸੈਪਟ ਡਿਸਕਸ ਕਰਨ ਦਾ ਸਿਰਫ ਇਹ ਮਤਲਬ ਨਹੀਂ ਹੈ ਕਿ ਉੱਥੇ ਸਿਰਫ ਮੈਂ ਤੁਹਾਨੂੰ ਕੁਝ ਥਿਊਰੀ ਜਾਂ ਕੁਝ ਛੋਟਾ ਜਿਹਾ ਇੱਕ ਬੈਕਗ੍ਰਾਉਂਡ ਦੇ ਕੇ ਛੱਡ ਦਿੰਨੀ ਆ ਕਨਸੈਪਟ ਦਾ ਮਤਲਬ ਹੈ ਮੈਂ ਕੁਝ ਇੰਪੋਰਟੈਂਟ ਟ੍ਰਿਕਸ ਦੱਸਦੀ ਆ ਤੁਹਾਨੂੰ ਟੌਪਿਕ ਨੂੰ ਕਿਵੇਂ ਅਟੈਂਪਟ ਕਰਨਾ ਉਹ ਚੀਜ਼ ਸਮਝਾਉਣੀ ਆ ਨਾਲ ਦੀ ਨਾਲ ਪ੍ਰੈਕਟਿਸ ਕੁਐਸਚਨ ਵੀ ਕਰ ਰਿਹਾ ਸੋ ਦੈਟ ਇੱਕ ਟੌਪਿਕ ਦਾ ਪੂਰਾ ਆਈਡੀਆ ਇੱਕ ਹੀ ਲੈਕਚਰ ਦੇ ਅੰਦਰ ਕਵਰ ਹੋ ਜਾਵੇ ਸੋ ਇੱਕ ਵਾਰੀ ਆਪਾਂ ਦੁਬਾਰਾ ਉਰੇ ਲਿਸਟ ਰਿਵਾਈਜ਼ ਕਰ ਲੈਂਦੇ ਆ ਇਹਦੇ ਨਾਲ ਆਪਾਂ ਨੂੰ ਆਈਡੀਆ ਹੋ ਜਾਊਗਾ ਕਿ ਆਪਾਂ ਨੇ ਕਿਸ ਟਾਈਪ ਦੇ ਕਿਹੜੇ ਏਰੀਆ ਨੂੰ ਟੱਚ ਕਰਦੇ ਹੋਏ ਇੰਪੋਰਟੈਂਟ ਲਾਜ਼ ਤਿਆਰ ਕਰਨੇ ਨੇ ਅਵੇਅਰਨੈਸ ਆਫ ਇਸ਼ੂਜ਼ ਟੌਪਿਕ ਦੇ ਅੰਦਰ ਸੋ ਸਭ ਤੋਂ ਪਹਿਲਾਂ ਹੈ ਸਿਵਲ ਰਾਈਟਸ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਐਕਟ ਲਿਆਂਦਾ ਸੀ ਸਪੈਸ਼ਲੀ ਸ਼ਡਿਊਲ ਕਾਸਟ ਦੇ ਲਈ 1955 ਦਾ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ SC ST ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ 1989 ਦਾ ਕੋਈ ਵੀ SC ST ਨੂੰ ਕੋਈ ਰਿਮਾਰਕ ਕਰਦਾ ਹੈ ਕਾਸਟ ਨੂੰ ਲੈ ਕੇ ਤਾਂ ਜੋ ਪਰਸਨ ਰਿਮਾਰਕ ਕਰਦਾ ਹੈ ਕਿਸੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕੋਈ ਅਨਟੱਚੇਬਿਲਿਟੀ ਦਾ ਕੇਸ ਆਉਂਦਾ ਹੈ SC ST ਨੂੰ ਲੈ ਕੇ ਤਾਂ ਉੱਥੇ ਪ੍ਰੋਪਰ ਸਟ੍ਰਿਕਟ ਐਕਸ਼ਨ ਲੈਣਗੀਆਂ ਸਟੇਟ ਅਥਾਰਟੀਜ਼ ਉਸ ਤੋਂ ਬਾਅਦ ਹੈ ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸ 1993 ਨੈਸ਼ਨਲ ਕਮਿਸ਼ਨ ਫॉर ਵਿਮਨ ਐਕਟ 1990 ਪਰਸਨ ਵਿਦ ਡਿਸੇਬਿਲਿਟੀ ਕੋਈ ਅਪਾਹਜ ਹੈ ਕਿਸੇ ਨੂੰ ਪਰਮਾਨੈਂਟ ਟੈਂਪਰੇਰੀ ਡਿਸੇਬਿਲਿਟੀ ਹੈ ਉਹਨਾਂ ਨੂੰ ਬਾਕੀ ਲੋਕਾਂ ਦੇ ਬਰਾਬਰ ਜਿਹੜੇ ਫਿਜ਼ੀਕਲੀ ਫਿਟ ਨੇ ਕਿਵੇਂ ਹੱਕ ਮਿਲਣੇ ਚਾਹੀਦੇ ਨੇ ਇਕੁਅਲ ਅਪੋਰਚੁਨਿਟੀ ਮਿਲਣੀ ਚਾਹੀਦੀ ਹੈ ਚਾਹੇ ਕੋਈ ਪ੍ਰਮੋਸ਼ਨ ਹੈ ਚਾਹੇ ਕੋਈ ਰਿਜ਼ਰਵੇਸ਼ਨ ਹੈ ਕੋਈ ਏਰੀਆ ਹੈ ਇੰਪਲੋਇਮੈਂਟ ਦਾ ਐਜੂਕੇਸ਼ਨ ਦਾ ਹਰ ਕਿਤੇ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਨੇ ਪਰਸਨ ਵਿਦ ਡਿਸੇਬਿਲਿਟੀ ਨੂੰ ਸਪੈਸ਼ਲ ਨੀਡ ਵਾਲੇ ਪਰਸਨ ਨੂੰ ਸੋ ਇਕੁਅਲ ਅਪੋਰਚੁਨਿਟੀ ਪ੍ਰੋਟੈਕਸ਼ਨ ਆਫ ਰਾਈਟ ਫੁੱਲ ਪਾਰਟਿਸਿਪੇਸ਼ਨ 1995 ਦਾ ਐਕਟ ਹੈ ਉਸ ਤੋਂ ਬਾਅਦ ਹੈ ਸੀਨੀਅਰ ਸਿਟੀਜ਼ਨ ਦੇ ਪੇਰੈਂਟਸ ਦੇ ਧਿਆਨ ਰੱਖਣ ਦੇ ਲਈ ਮੇਨਟੇਨੈਂਸ ਲਈ ਵੈਲਫੇਅਰ ਲਈ ਐਕਟ 2007 ਦਾ
ਕਈ ਵਾਰੀ ਕੀ ਹੁੰਦਾ, ਬਹੁਤ ਜਗ੍ਹਾ ਤੇ ਦੇਖਿਆ ਕਿ ਬੱਚੇ ਨੇ ਆਪਣੇ ਪੇਰੈਂਟਸ ਨੂੰ ਅਬੈਂਡਨ ਕਰ ਦਿੰਦੇ ਨੇ, ਘਰੋਂ ਕੱਢ ਦਿੰਦੇ ਨੇ। ਸੋ ਜਿੱਥੇ ਉਹਨਾਂ ਦੀ ਮੇਨਟੇਨੈਂਸ ਵੈਲਫੇਅਰ ਦਾ ਇਸ਼ੂ ਉੱਠਦਾ ਸੀ, ਸੋ ਸਰਕਾਰ ਨੇ 2007 ਦੇ ਵਿੱਚ ਇੱਕ ਪ੍ਰੋਪਰ ਲਾਅ ਪਾਸ ਕਰਤਾ। ਸੋ ਉਸ ਲਾਅ ਦੇ ਅੰਦਰ ਸਪੈਸ਼ਲੀ ਮੈਂਸ਼ਨਡ ਆ ਕਿ ਕਿਸੇ ਵੀ ਸੀਨੀਅਰ ਸਿਟੀਜ਼ਨ ਦੀ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਉਹਨਾਂ ਦੇ ਬੱਚਿਆਂ ਦੇ ਕਿਵੇਂ ਹੈ, ਕਿਸ ਲਿਮਿਟ ਤੱਕ ਹੈ, ਕਿਹੜੀਆਂ-ਕਿਹੜੀਆਂ ਕੰਡੀਸ਼ਨਸ ਦੇ ਅੰਦਰ ਹੈ। ਫਿਰ ਆਉਂਦਾ 1961 ਦਾ ਦਹੇਜ ਪ੍ਰਥਾ ਦੇ ਖਿਲਾਫ ਐਕਟ, ਡਾਊਰੀ ਪ੍ਰੀਵੈਂਸ਼ਨ ਐਕਟ, ਪ੍ਰੋਟੈਕਸ਼ਨ ਆਫ ਵਿਮਨ ਫਰਮ ਡੋਮੈਸਟਿਕ ਵਾਇਲੈਂਸ ਐਕਟ 2005, MTP ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਹੁਣ ਬਿਲਕੁਲ ਹੀ ਬੈਂਡ ਹੈ ਭਾਰਤ ਦੇ ਅੰਦਰ, ਇਲੀਗਲ ਹੈ, ਕੋਈ ਵੀ ਸੈਕਸ ਚੈੱਕ ਨਹੀਂ ਕਰਵਾ ਸਕਦਾ ਬੇਬੀ ਦੇ ਪੈਦਾ ਹੋਣ ਤੋਂ ਪਹਿਲਾਂ। ਸੋ ਅਨਬੋਰਨ ਦੀ ਜਿਹੜੀ ਸੈਕਸ ਪ੍ਰਿਡਿਕਸ਼ਨ ਹੈ, ਡਿਟਰਮੀਨੇਸ਼ਨ ਹੈ, that is completely banned। ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ, ਕਿਸੇ ਨੇ ਅਬੋਰਸ਼ਨ ਕਰਵਾਉਣਾ ਉਹਦੇ ਲਈ ਕੀ ਰੂਲਸ ਨੇ। ਸੋ ਉੱਥੇ ਵਿਮਨ ਦੇ ਰਾਈਟਸ ਇਨਫ੍ਰਿੰਜ ਨਾ ਹੋਣ, ਉਹਦੀ ਮਰਜ਼ੀ ਤੋਂ ਬਿਨਾਂ ਨਾ ਅਬੋਰਸ਼ਨ ਕਰਵਾਉਣ, ਕਿਉਂਕਿ ਕਾਫੀ ਜਗ੍ਹਾ ਤੇ ਪਹਿਲਾਂ ਇਹ ਦੇਖਣ ਨੂੰ ਮਿਲਦਾ ਸੀ ਕਿ ਜਦੋਂ ਹੀ ਇਨ-ਲॉज ਨੂੰ ਪਤਾ ਲੱਗਦਾ ਸੀ ਕਿ ਕਿਸੇ ਵਿਮਨ ਦੇ ਲੜਕੀ ਹੋਣ ਵਾਲੀ ਹੈ ਤਾਂ ਉਹਦੀ ਪ੍ਰੈਗਨੈਂਸੀ ਨੂੰ ਟਰਮੀਨੇਟ ਕਰਵਾ ਦਿੰਦੇ ਸੀ। ਸੋ ਉਹਦੇ ਖਿਲਾਫ ਇਹ ਇੰਪੋਰਟੈਂਟ ਐਕਟ ਆਇਆ। Immoral Traffic Prevention Act 1956, Juvenile Justice 2015, Sexual Harassment of Women at Workplace 2013, Indecent Representation of Women Prohibition Act 1986, POCSO Act 2012, very important, Prohibition of Child Marriage Act 2006, another important act, ਤੇ last ਹੈ 2005 ਦਾ Commission for Protection of Child Right Act। So starting with first question, ਰਾਜ ਸਭਾ ਨੇ ਇੱਕ ਬਿੱਲ ਪਾਸ ਕੀਤਾ ਸੀ ਜਿਹਦੇ ਅੰਤਰਗਤ ਜੋ ਆਲਰੇਡੀ ਐਗਜ਼ਿਸਟਿੰਗ ਆਫੈਂਸਸ ਨੇ ਉਹਨਾਂ 'ਚ ਕੁਝ ਚੇਂਜਸ ਕੀਤੀਆਂ, ਨਵੇਂ ਆਫੈਂਸ ਐਡ ਕੀਤੇ, SC ST ਪ੍ਰੀਵੈਂਸ਼ਨ ਆਫ ਐਟਰੋਸਿਟੀਜ਼ ਐਕਟ 1989 ਦੇ ਅੰਦਰ। ਸੋ ਕੁਐਸਚਨ ਹੈ ਕਿ ਉਸ ਬਿੱਲ ਦਾ ਨਾਮ ਕੀ ਹੈ। ਸੋ ਉਸ ਬਿੱਲ ਦਾ ਨਾਮ ਹੈ ਆਪਸ਼ਨ B, SC ST ਪ੍ਰੀਵੈਂਸ਼ਨ ਆਫ ਐਟਰੋਸਿਟੀਜ਼ ਅਮੈਂਡਮੈਂਟ ਬਿੱਲ 2015। ਹੁਣ ਇਹਦੇ ਵਿੱਚ ਜਿਹੜੇ ਨਵੇਂ ਆਫੈਂਸ ਐਡ ਕੀਤੇ ਉਹਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਹੈ ਗਾਰਲੈਂਡਿੰਗ ਆਫ ਫੁੱਟਵੀਅਰ। ਕਿਸੇ ਦੇ ਵੀ ਗਲੇ 'ਚ ਜੇ ਤੁਸੀਂ ਜੁੱਤਿਆਂ ਦਾ ਹਾਰ ਪਾ ਰਹੇ ਹੋ ਤਾਂ ਉਸ ਚੀਜ਼ ਨੂੰ ਇੱਕ ਘਿਨਾਉਣਾ ਅਪਰਾਧ ਮੰਨਿਆ ਜਾਊਗਾ। ਅੱਗੇ ਹੈ ਜਿਹੜਾ 1989 ਦਾ ਐਕਟ ਹੈ, ਕਦੋਂ ਤੋਂ ਲਾਗੂ ਹੋਇਆ। ਸੋ ਡੇਟ ਇਜ਼ 30 ਜਨਵਰੀ 1990। ਨੈਕਸਟ ਇਜ਼ ਕਿਹੜਾ ਸੈਕਸ਼ਨ ਹੈ SC ST ਐਕਟ ਦਾ ਜਿਹੜਾ ਡੀਲ ਕਰਦਾ ਵਿਦ ਕਨਫਰਮੈਂਟ ਆਫ ਪਾਵਰ। ਸੋ ਪਾਵਰ ਕਿਹਦੇ ਕੋਲ ਹੈ, ਕਿਹਨੂੰ ਦਿੱਤੀ ਗਈ ਹੈ, ਕਿੰਨੀ ਪਾਵਰ ਹੈ, ਇਹ ਸਾਰੀ ਚੀਜ਼ਾਂ ਦੀ ਗੱਲ ਹੁੰਦੀ ਹੈ ਸੈਕਸ਼ਨ 9 ਦੇ ਅੰਦਰ। ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜਾ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਪ੍ਰੀਵੈਂਸ਼ਨ ਆਫ ਐਟਰੋਸਿਟੀਜ਼ ਐਕਟ ਹੈ 1989 ਦਾ, ਇਹਦੇ ਅੰਦਰ ਮੇਜਰ ਪਾਵਰ ਦੇਤੀ ਸਟੇਟ ਦੀ ਸਰਕਾਰ ਨੂੰ। ਸੋ ਸਟੇਟ ਗਵਰਨਮੈਂਟ ਅੱਗੇ ਪਾਵਰ ਦਊਗਾ, ਡਿਸਟ੍ਰੀਬਿਊਟ ਕਰੂਗਾ ਡਿਸਟ੍ਰਿਕਟ ਲੈਵਲ ਤੇ ਪੁਲਿਸ ਆਫੀਸਰਸ ਨੂੰ। ਫਿਰ ਉਹਨਾਂ ਨੇ ਦੇਖਣਾ ਕਿ ਜੇ ਉਹਨਾਂ ਦੇ ਇਲਾਕੇ ਵਿੱਚ ਕਿਤੇ ਵੀ ਕੋਈ ਉਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਇਸ ਟਾਈਪ ਦਾ SC ST ਨੂੰ ਲੈ ਕੇ ਕੋਈ ਅਪਰਾਧ ਹੋ ਰਿਹਾ ਤਾਂ ਉਹਨਾਂ ਨੇ ਉਸਨੂੰ ਕਿਵੇਂ ਰੋਕਣਾ, ਕਿਵੇਂ ਉਹਦੇ ਅੱਗੇ ਉਸ ਤੋਂ ਬਾਅਦ ਐਕਸ਼ਨ ਲੈਣਾ। 10th question is ਕਿਹੜਾ ਆਰਟੀਕਲ ਹੈ ਜਿਹੜਾ ਇਸ ਚੀਜ਼ ਦੀ ਸ਼ੋਰਿਟੀ ਲੈਂਦਾ ਹੈ ਕਿ ਅਨਟੱਚੇਬਿਲਿਟੀ ਪੂਰੀ ਤਰ੍ਹਾਂ ਖਤਮ ਹੋਣੀ ਚਾਹੀਦੀ ਹੈ। ਸੋ ਅਬੋਲਿਸ਼ਨ ਆਫ ਅਨਟੱਚੇਬਿਲਿਟੀ ਦੇ ਨਾਲ ਰਿਲੇਟਡ ਹੈ ਆਰਟੀਕਲ 17 ਤੇ ਪਿਛਲੇ ਸਾਲ ਵੀ ਡਾਇਰੈਕਟਲੀ ਇਸੇ ਤਰ੍ਹਾਂ ਸਬ ਇੰਸਪੈਕਟਰ ਦੇ ਪੇਪਰ 'ਚ ਕੁਐਸਚਨ ਆਇਆ ਸੀ। ਸੋ ਦਿਸ ਇਜ਼ very important। ਚੀਫ ਗਰੁੱਪਸ ਆਫ ਮਾਰਜਨਲਾਈਜ਼ਡ ਵਰਨਰੇਬਲ, ਇਹ ਜਿਹੜੇ ਗਰੁੱਪਸ ਨੇ ਇਹਨਾਂ ਚਾਰੋਂ ਆਪਸ਼ਨਸ ਦੇ ਵਿੱਚੋਂ ਕੌਣ ਹੋ ਸਕਦੇ ਨੇ। ਸੋ ਸ਼ਡਿਊਲ ਕਾਸਟ ਆਉਂਦੇ ਨੇ, ਬੈਕਵਰਡ ਕਾਸਟ ਆਉਂਦੇ ਨੇ, ਸ਼ਡਿਊਲ ਟ੍ਰਾਈਬ। ਸੋ ਇਹ ਤਿੰਨੋਂ ਆਪਸ਼ਨ D all of them। Which community as per constitution cannot wipe away rights of marginalized group? ਜਿਹੜੇ ਇਹ vulnerable, marginalized, weaker section ਦੇ groups ਨੇ, ਕਿਹੜੀ ਇਹ ਜੀ ਕਮਿਊਨਿਟੀ ਹੈ ਜਿਹੜੀ ਇਹਨਾਂ ਦੇ ਰਾਈਟਸ ਨੂੰ ਦਬਾ ਨਹੀਂ ਸਕਦੀ। ਸੋ ਉਹ ਹੈ ਮੈਜੋਰਿਟੀ ਕਮਿਊਨਿਟੀ, ਆਪਸ਼ਨ A। ਕਿਹੜੇ ਸਾਲ ਦੇ ਵਿੱਚ SC ST ਐਟਰੋਸਿਟੀਜ਼ ਐਕਟ ਫਰੇਮ ਕੀਤਾ ਗਿਆ ਸੀ। ਸੋ ਦ ਈਅਰ ਇਜ਼ 1989 which is important। 2015 ਚ ਇੰਪੋਰਟੈਂਟ ਅਮੈਂਡਮੈਂਟ ਆਈ। ਸਰਕਾਰ ਕੀ ਲੈ ਕੇ ਆਉਂਦੀ ਹੈ, ਫੰਡਾਮੈਂਟਲ ਰਾਈਟਸ ਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਕਰਵਾਉਣ ਦੇ ਲਈ, ਫੰਡਾਮੈਂਟਲ ਰਾਈਟਸ ਦੀ ਸਪਿਰਿਟ ਦੇ ਅੰਦਰ ਜੋ ਫੰਡਾਮੈਂਟਲ ਰਾਈਟ ਕਹਿਣਾ ਚਾਹ ਰਿਹਾ ਹੈ ਉਹਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਟਾਈਮ ਟੂ ਟਾਈਮ ਨਵੇਂ ਲਾਅ ਲੈ ਕੇ ਆਉਂਦੀ ਹੈ। ਸੋ ਆਪਸ਼ਨ A। ਨੈਕਸਟ ਨੇ ਚਾਰ ਆਪਸ਼ਨਸ, ਇਹਨਾਂ ਦੇ ਵਿੱਚੋਂ ਰਿਜ਼ਰਵੇਸ਼ਨ ਕੌਣ ਨਹੀਂ ਲੈ ਸਕਦਾ। ਸੋ ਉਹਨੇ ਅਪਰ ਕਾਸਟ ਵਾਲੇ, ਬ੍ਰਾਹਮਣ, ਆਪਸ਼ਨ A। Central government passed ST and other traditional forest dweller recognition of forest right act। ਬਹੁਤ ਸਾਰੇ ਪੰਜਾਬ ਦੇ ਪੇਪਰ ਜੇ ਤੁਸੀਂ ਚੱਕ ਕੇ ਦੇਖੋ ਪ੍ਰੀਵੀਅਸ ਈਅਰ, ਇਸ ਐਕਟ ਦਾ ਇਸੇ ਤਰ੍ਹਾਂ ਡਾਇਰੈਕਟਲੀ ਈਅਰ ਆਇਆ ਹੋਇਆ ਹੈ।
ਸੋ ਇਹ ਜਿਹੜਾ ਫੋਰੈਸਟ ਐਕਟ ਹੈ ਇਹਦਾ ਸਾਲ ਹੈ 2006 ਆਪਸ਼ਨ ਏ। ਨੈਕਸਟ ਹੁਣ ਆਪਾਂ ਇੱਕ ਮੈਚ ਦੀ ਫੋਲੋਇੰਗ ਟਾਈਪ ਦਾ ਕੁਐਸਚਨ ਸੋਲਵ ਕਰਕੇ ਦੇਖਦੇ ਹਾਂ। ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਨੰਬਰਸ। ਜੋ ਕਾਲਮ ਬੀ ਦੇ ਅੰਦਰ ਈਅਰ ਹੈ, ਆਰਟੀਕਲ ਹੈ, ਤੁਸੀਂ ਸਿਰਫ ਇਹੀ ਪੇਪਰ ਦੇ ਲਈ ਯਾਦ ਕਰਕੇ ਜਾਣੇ ਨੇ। ਸੋ ਸਭ ਤੋਂ ਪਹਿਲਾ ਹੈ ਇੰਪਲੋਇਮੈਂਟ ਆਫ ਮੈਨੂਅਲ ਸਕੈਵੇਂਜਰ ਕੰਸਟਰਕਸ਼ਨ ਆਫ ਡਰਾਈ ਲੈਟਰਾਈਨਸ ਪ੍ਰੋਹਿਬਿਸ਼ਨ ਐਕਟ। ਇਹ ਐਕਟ ਆਇਆ ਸੀ ਸਾਲ 1993। ਸੋ ਆਪਸ਼ਨ ਏ ਮੈਚ ਕਰ ਰਿਹਾ ਹੈ ਸੀ ਦੇ ਨਾਲ। ਸਫਾਈ ਕਰਮਚਾਰੀ ਅੰਦੋਲਨ ਫਾਈਲਡ ਅ ਪੀਆਈਐਲ। ਸੋ ਇਹਨਾਂ ਨੇ ਸਾਲ 2003 ਦੇ ਵਿੱਚ ਇੱਕ ਪੀਆਈਐਲ ਫਾਈਲ ਕੀਤੀ ਸੀ। ਅਗਲਾ ਹੈ ਸ਼ਡਿਊਲਡ ਟ੍ਰਾਈਬ ਐਂਡ ਅਦਰ ਫੋਰੈਸਟ ਡਵੇਲਰ ਰੈਕੋਗਨੀਸ਼ਨ ਆਫ ਫੋਰੈਸਟ ਰਾਈਟ ਐਕਟ। ਸੋ ਆਪਾਂ ਪਿੱਛੇ ਕਰਕੇ ਹਟਿਆ, ਇਸ ਐਕਟ ਦਾ ਸਾਲ ਹੈ 2006। ਨੈਕਸਟ ਹੈ ਭਾਰਤ ਦਾ ਸੰਵਿਧਾਨ ਕਹਿੰਦਾ ਕਿ ਕੋਈ ਵੀ ਸਿਟੀਜ਼ਨ ਹੈ ਜੋ ਭਾਰਤ ਦਾ ਨਾਗਰਿਕ ਹੈ ਉਹਦੇ ਨਾਲ ਤੁਸੀਂ ਭੇਦਭਾਵ ਨਹੀਂ ਕਰ ਸਕਦੇ ਔਨ ਦ ਬੇਸਿਸ ਆਫ ਰੇਸ, ਰਿਲੀਜਨ, ਸੈਕਸ, ਪਲੇਸ ਆਫ ਬਰਥ। ਸੋ ਇਹਦੇ ਲਈ ਜਿਹੜਾ ਆਰਟੀਕਲ ਹੈ ਉਹ ਹੈ ਆਰਟੀਕਲ 15। ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਐਕਟ ਦਾ ਈਅਰ ਕਿਹੜਾ ਹੈ? ਸੋ ਆਪਸ਼ਨ ਡੀ 1989। ਸੋ 1C, 2A, 3E, 4B ਐਂਡ 5D। ਕਿਹੜਾ ਸੈਕਸ਼ਨ ਹੈ ਡਾਊਰੀ ਪ੍ਰੋਹਿਬਿਸ਼ਨ ਐਕਟ ਦਾ ਜਿਹੜਾ ਇਹ ਕਹਿੰਦਾ ਜੇ ਕਿਸੇ ਨੇ ਕੋਈ ਵੀ ਪਾਰਟੀ ਹੈ, ਚਾਹੇ ਕੁੜੀ ਵਾਲਿਆਂ ਦੀ ਸਾਈਡ ਹੈ, ਮੁੰਡੇ ਵਾਲਿਆਂ ਦੀ ਸਾਈਡ ਹੈ, ਦਹੇਜ ਲੈਣ ਜਾਂ ਦੇਣ ਦੇ ਲਈ ਕੋਈ ਅਗਰੀਮੈਂਟ ਸਾਈਨ ਕਰਦੇ ਨੇ, ਕੋਈ ਕੰਟਰੈਕਟ ਕਰਦੇ ਨੇ ਕਿ ਇੰਨੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ, ਇੰਨੀਆਂ ਚੀਜ਼ਾਂ ਲਈਆਂ ਜਾਣਗੀਆਂ, ਸੋ ਉਹ ਕੰਟਰੈਕਟ ਨੂੰ ਬਿਲਕੁਲ ਹੀ ਨਲ ਵੋਇਡ ਮੰਨਿਆ ਜਾਊਗਾ, ਇਲੀਗਲ ਮੰਨਿਆ ਜਾਊਗਾ। ਉਸ ਕੰਟਰੈਕਟ ਨੂੰ ਤੁਸੀਂ ਕੋਰਟ ਵਿੱਚ ਜਾ ਕੇ ਲਾਗੂ ਨਹੀਂ ਕਰਵਾ ਸਕਦੇ। ਸੋ ਇਹ ਗੱਲ ਕਰਦਾ ਸੈਕਸ਼ਨ 5। ਅੱਗੇ ਕਿਹੜੇ ਸੈਕਸ਼ਨ ਦੇ ਵਿੱਚ ਦਹੇਜ ਲੈਣ ਦੇਣ ਦੇ ਲਈ ਸਜ਼ਾ ਦੱਸੀ ਹੋਈ ਹੈ? ਸੋ ਪੈਨਲਟੀ ਦੀ ਗੱਲ ਕਰਦਾ ਸੈਕਸ਼ਨ 3। ਪੈਨਲਟੀ ਹੈ ਕਿੰਨੀ? ਦਿਸ ਇਜ਼ ਇੰਪੋਰਟੈਂਟ। ਸੋ ਰੀਸੈਂਟ ਅਮੈਂਡਮੈਂਟਸ ਤੋਂ ਬਾਅਦ ਜਿਹੜੀ ਲੇਟੈਸਟ ਪੈਨਲਟੀ ਹੈ ਇਹ ਪੇਪਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਰਾਈਟ ਆਨਸਰ ਹੈ ਆਪਸ਼ਨ 1। ਜੇ ਕੋਈ ਦਹੇਜ ਲੈ ਰਿਹਾ ਹੈ, ਦੇ ਰਿਹਾ ਹੈ, ਤਾਂ ਉਹਨੂੰ ਘੱਟੋ ਘੱਟ 5 ਸਾਲ ਦੀ ਸਜ਼ਾ। ਸੋ ਮਿਨੀਮਮ 5 ਹੈ, 5 ਤੋਂ ਘੱਟ ਨਹੀਂ ਹੋਣੀ, ਨਾਲ ਹੀ ਫਾਈਨ ਲੱਗੂ। ਸੋ ਫਾਈਨ ਦੀ ਕੋਈ ਆਪਸ਼ਨ ਨਹੀਂ ਹੈ, ਜੇਲ੍ਹ ਵੀ ਜਾਣਾ ਪਊ, ਫਾਈਨ ਵੀ ਹੋਊਗਾ। ਫਾਈਨ ਘੱਟੋ ਘੱਟ 15,000 ਰੁਪਏ ਜਾਂ ਜਿੰਨੀ ਦਹੇਜ ਦੀ ਅਮਾਉਂਟ ਹੈ ਜਿਹੜੀ ਵੀ ਚੀਜ਼ ਜ਼ਿਆਦਾ ਹੋਊਗੀ ਸੋ ਓਨੀ ਪੈਨਲਟੀ ਲੱਗੂਗੀ। ਨੈਕਸਟ ਆ ਗਿਆ ਸੈਕਸ਼ੂਅਲ ਹਰਾਸਮੈਂਟ ਆਫ ਵਿਮਨ ਐਟ ਵਰਕਪਲੇਸ ਪ੍ਰੀਵੈਂਸ਼ਨ ਪ੍ਰੋਹਿਬਿਸ਼ਨ ਰਿਡਰੈਸਲ ਐਕਟ 2013 ਦਾ। ਇਸ ਐਕਟ ਨੇ ਰਾਸ਼ਟਰਪਤੀ ਤੋਂ ਮੋਹਰ ਕਦੋਂ ਲਗਵਾਈ ਸੀ, ਅਸੈਂਟ ਕਦੋਂ ਮਿਲੀ ਸੀ? ਸੋ ਰਾਸ਼ਟਰਪਤੀ ਨੇ ਪਾਸ ਕੀਤਾ ਸੀ 22 ਅਪ੍ਰੈਲ 2013 ਨੂੰ। ਤੇ ਇਹ ਜਿਹੜਾ ਐਕਟ ਹੈ ਇਹ ਵਿਸ਼ਾਖਾ ਵਰਸਸ ਸਟੇਟ ਆਫ ਰਾਜਸਥਾਨ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਵਰਕ ਪਲੇਸ ਤੇ ਕੰਮ ਵਾਲੀ ਜਗ੍ਹਾ ਤੇ ਔਰਤਾਂ ਦੇ ਨਾਲ ਜਿਹੜਾ ਸ਼ੋਸ਼ਣ ਹੁੰਦਾ ਹੈ, ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ, ਉਹਦਾ ਮੁੱਦਾ ਉੱਠਿਆ ਸੀ। ਸੋ ਵਿਸ਼ਾਖਾ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇੰਪੋਰਟੈਂਟ ਗਾਈਡਲਾਈਨਸ ਦਿੱਤੀਆਂ ਸੀ ਤੇ ਉਹਨਾਂ ਗਾਈਡਲਾਈਨਸ ਦੇ ਵਿੱਚੋਂ ਇੱਕ ਗਾਈਡਲਾਈਨ ਸੀ ਕਿ ਜਲਦੀ ਤੋਂ ਜਲਦੀ ਦੇਸ਼ ਦੇ ਅੰਦਰ ਇੱਕ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਹੜਾ ਔਰਤਾਂ ਨੂੰ, ਮਹਿਲਾਵਾਂ ਨੂੰ ਬਚਾ ਕੇ ਰੱਖੇ ਸੈਕਸ਼ੂਅਲ ਹਰਾਸਮੈਂਟ ਤੋਂ, ਸੋ ਦੈਟ ਉਹ ਜਿੰਨੇ ਵੀ ਮੇਲ ਪਰਸਨ ਨੇ ਉਹਨਾਂ ਦੇ ਬਰਾਬਰ ਬਿਨਾਂ ਕਿਸੇ ਡਰ ਤੋਂ ਆਪਣੇ ਆਪ ਨੂੰ ਪ੍ਰੂਵ ਕਰਨ, ਅੱਗੇ ਆਉਣ, ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕਣ। ਸੋ ਇਹਦੇ ਲਈ 2013 ਚ ਐਕਟ ਆਇਆ। ਨੈਕਸਟ ਹੈ ਕਿੰਨਵਾਂ ਐਕਟ ਸੀ? ਸੋ ਸਾਲ 2013 ਦਾ ਇਸ ਸੈਕਸ਼ੂਅਲ ਹਰਾਸਮੈਂਟ ਵਾਲਾ 14th ਐਕਟ ਸੀ, 14ਵਾਂ ਐਕਟ ਸੀ, ਆਪਸ਼ਨ ਏ। ਇੱਕ ਸਾਲ ਚ ਅਲੱਗ-ਅਲੱਗ ਐਕਟ ਪਾਸ ਹੁੰਦੇ ਨੇ। ਸੋ ਸਾਲ 2013 ਚ ਪਾਸ ਹੋਣ ਵਾਲਾ ਪਾਰਲੀਮੈਂਟ ਦਾ ਇਹ 14ਵਾਂ ਐਕਟ ਸੀ। ਨੈਕਸਟ ਹੈ ਪਰਪਸ ਕੀ ਹੈ, ਮੇਨ ਮਕਸਦ ਕੀ ਸੀ ਇਸ ਐਕਟ ਨੂੰ ਲੈ ਕੇ ਆਉਣ ਦਾ? ਸੋ ਇੱਕ ਤਾਂ ਸੈਕਸ਼ੂਅਲ ਹਰਾਸਮੈਂਟ ਦੇ ਅਗੇਂਸਟ ਔਰਤਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਵਾਉਣੀ, ਦੂਜਾ ਪ੍ਰੀਵੈਂਸ਼ਨ ਐਂਡ ਰਿਡਰੈਸਲ ਆਫ ਕੰਪਲੇਂਟਸ ਆਫ ਸੈਕਸ਼ੂਅਲ ਹਰਾਸਮੈਂਟ। ਕੋਈ ਵੀ ਕੰਪਲੇਂਟ ਲੈ ਕੇ ਆਉਂਦਾ ਤਾਂ ਉਸ ਚੀਜ਼ ਦੀ ਪ੍ਰੋਪਰ ਸੁਣਵਾਈ ਹੋਵੇ ਤੇ ਡਿਪਾਰਟਮੈਂਟ ਦੇ ਅੰਦਰ ਹੀ ਜਲਦੀ ਤੋਂ ਜਲਦੀ ਸੁਣਵਾਈ ਹੋਵੇ। ਸੋ ਆਪਸ਼ਨ ਸੀ ਬੋਥ ਏ ਐਂਡ ਬੀ। ਇੰਡੀਅਨ ਲਾਅ ਦੇ ਅਨੁਸਾਰ ਮਿਨੀਮਮ ਏਜ ਕਿੰਨੀ ਹੈ ਫੈਕਟਰੀ ਚ ਇੰਪਲੋਇਮੈਂਟ ਲਈ? ਸੋ ਮਿਨੀਮਮ ਏਜ ਹੈ 14 ਸਾਲ, ਆਪਸ਼ਨ ਸੀ। In order to describe the age group of a person, several phases like minor, major, child, adolescent are used. A person of age 15 years, 15 ਸਾਲ ਦੇ ਪਰਸਨ ਨੂੰ ਆਪਾਂ ਨਾਰਮਲੀ ਕਹਿੰਦੇ ਆ ਚਾਈਲਡ ਜਾਂ ਫਿਰ adolescent। ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਦੇ ਅਨੁਸਾਰ ਕਿਹੜੀ ਚੀਜ਼ ਇਹਨਾਂ ਚੋਂ ਪਨਿਸ਼ੇਬਲ ਨਹੀਂ ਹੈ? ਸੋ ਉਹ ਹੈ ਆਪਸ਼ਨ ਡੀ
ਜਦੋਂ ਪ੍ਰਾਈਵੇਟ ਪਲੇਸ ਦੇ ਵਿੱਚ ਪ੍ਰੋਸਟੀਟਿਊਸ਼ਨ ਹੋਵੇ ਤੇ ਉਹ ਪਬਲਿਕ ਪਲੇਸ ਤੋਂ ਕਾਫੀ ਜ਼ਿਆਦਾ ਦੂਰ ਹੋਵੇ। ਸੋ ਇਹ ਇੰਪੋਰਟੈਂਟ ਕੁਐਸਚਨ ਤੁਸੀਂ ਧਿਆਨ ਚ ਰੱਖੋ ਸੀ। ਨੈਕਸਟ ਹੈ ਓਲਡ ਪੀਪਲ, ਐਲਡਰਲੀ ਪੀਪਲ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਭਾਰਤ ਸਰਕਾਰ ਨੇ ਕਿਹੜਾ ਐਕਟ ਤਿਆਰ ਕੀਤਾ? ਸੋ 2007 ਦਾ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ। So option is A. Next is to eradicate and address the adverse situation faced by disadvantaged group of people, United Nations adopted general framework ਤੇ ਉਹਨਾਂ ਨੇ suggestion ਦਿੱਤੇ ਨੇ। ਸੋ ਕਿਸੇ ਨਾਲ ਭੇਦਭਾਵ ਨਾ ਹੋਵੇ ਉਹਦੇ ਲਈ ਇੱਕ ਤਾਂ ਬੇਸਿਕ ਕੰਪਲਸਰੀ ਐਜੂਕੇਸ਼ਨ ਜ਼ਰੂਰੀ ਹੈ, ਇਕੁਅਲ ਪੇ ਫॉर ਇਕੁਅਲ ਵਰਕ। ਦੂਜਾ ਇੰਡੀਪੈਂਡੈਂਟ ਕਮਿਸ਼ਨ ਤੇ ਮੈਕੈਨਿਜ਼ਮ ਹੋਣੇ ਚਾਹੀਦੇ ਨੇ ਅਲੱਗ-ਅਲੱਗ ਕੈਟਾਗਰੀ ਦੇ ਲੋਕਾਂ ਲਈ, ਜਿਵੇਂ ਹੁਣ ਭਾਰਤ ਦੇ ਅੰਦਰ ਨੈਸ਼ਨਲ ਕਮਿਸ਼ਨ ਹੈ ਬੈਕਵਰਡ ਕਲਾਸ ਦੇ ਲਈ, ਐਸਸੀ ਲਈ, ਐਸਟੀ ਲਈ, ਵਿਮਨ ਦੇ ਲਈ। ਸੋ ਉਸ ਤਰੀਕੇ ਨਾਲ ਸੋ ਆਪਸ਼ਨ ਡੀ ਆਲ ਦੀ ਅਬਵ। ਨੈਕਸਟ ਹੈ ਨੈਸ਼ਨਲ ਕਮਿਸ਼ਨ ਫॉर ਵਿਮਨ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ? ਸੋ ਇਹਨਾਂ ਦੇ ਵਿੱਚੋਂ ਸਿਰਫ ਆਪਸ਼ਨ 1 ਸਹੀ ਹੈ ਕਿ ਇੱਕ ਸਟੈਚੂਟਰੀ ਬਾਡੀ ਹੈ ਜਿਹੜੀ ਹਰ ਤਰ੍ਹਾਂ ਦੀ ਔਰਤਾਂ ਨੂੰ ਲੈ ਕੇ ਜੋ ਵੀ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਰਕਾਰ ਨੂੰ ਐਡਵਾਈਸ ਦਿੰਦੀ ਹੈ। ਸੋ ਆਪਸ਼ਨ ਏ। सेकंड ऑप्शन गलत है क्योंकि आलोक रावत चेयरपर्सन नहीं है, मिस रेखा शर्मा करंट चेयरपर्सन है। ये भी तुसी याद रखना है। नेशनल कमीशन फॉर विमेन। सो हुण आपां क्विकली एक बारी आर्टिकल्स देख लैने आ ते मैं रिपीट कर रही हां। इहदे विचों सिर्फ और सिर्फ तुसी इन्नी ही चीज करनी है केड़ा आर्टिकल केड़ी चीज नाल रिलेटेड है, दैट्स इट। कोई डिटेल उरे तुहानूं करन दी जरूरत नहीं है इस टॉपिक दे अंदर। सो कॉन्स्टिट्यूशनल प्रोविजनस फॉर वल्नरेबल सैक्शन। नंबर 1 ਤੇ ਸੋਸ਼ਲ ਜਸਟਿਸ ਤੇ ਐਮਪਾਵਰਮੈਂਟ ਲਈ ਪ੍ਰੀਐਂਬਲ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਦੀ ਗੱਲ ਹੁੰਦੀ ਹੈ, ਇਕੁਐਲਿਟੀ ਦੀ, ਜਸਟਿਸ ਦੀ। ਦੈਨ ਆਰਟੀਕਲ 23 ਕਹਿੰਦਾ ਹਿਊਮਨ ਬੀਇੰਗਸ ਦੀ ਟ੍ਰੈਫਿਕਿੰਗ ਨਹੀਂ ਕਰ ਸਕਦੇ, ਸੇਲ ਪਰਚੇਜ਼ ਨਹੀਂ ਕਰ ਸਕਦੇ, ਕਿਸੇ ਨੂੰ ਤੁਸੀਂ ਧੱਕੇ ਨਾਲ ਲੇਬਰ ਨਹੀਂ ਕਰਵਾ ਸਕਦੇ। ਆਰਟੀਕਲ 24 ਬੱਚਿਆਂ ਦੀ ਇੰਪਲੋਇਮੈਂਟ ਨਹੀਂ ਹੋ ਸਕਦੀ 14 ਸਾਲ ਤੋਂ ਛੋਟੇ ਕਿਸੇ ਬੱਚੇ ਦੀ ਕਿਸੇ ਵੀ ਫੈਕਟਰੀ ਜਾਂ ਫਿਰ ਹੈਜ਼ਾਰਡੀਅਸ ਡੇਂਜਰ ਕੰਮ ਦੇ ਵਿੱਚ। ਆਰਟੀਕਲ 37 application of principle contained in this part means DPSP। article 38 ਜਿੰਨੇ ਵੀ ਲੋਕ ਨੇ ਉਹਨਾਂ ਦੀ ਵੈਲਫੇਅਰ ਕਰਨ ਦਾ ਜਿਹੜਾ ਜ਼ਿੰਮਾ ਹੈ ਉਹ ਕਿਸੇ ਵੀ ਸਰਕਾਰ ਦਾ ਹੈ। ਸੋ state to secure a social order for protection of promotion of welfare of people। article 39 certain principles of policy to be followed by state। 39A equal justice free legal aid। ਜੇ ਕੋਈ ਗਰੀਬ ਹੈ ਲॉयर नहीं हायर कर सकता तो ते सरकार की जिम्मेवारी है कि उन्हें फ्री लीगल एड प्रोवाइड करवाई जावे। आर्टिकल 46 प्रमोशन ऑफ एजुकेशन इकोनॉमिक इंटरेस्ट ऑफ SC ST weaker section। this article is very important for exam। नेक्स्ट ने ਜਿਹੜੇ स्पेसिफिकली सिर्फ शेड्यूल कास्ट ਦੇ ਨਾਲ ਰਿਲੇਟਡ ਪ੍ਰੋਵੀਜ਼ਨਸ ਨੇ 341 शेड्यूल कास्ट 366 ਦੇ ਵਿੱਚ ਇਹਦੀ ਡੈਫੀਨੇਸ਼ਨ ਹੈ। ਆਰਟੀਕਲ 17 ਸਭ ਤੋਂ ਇੰਪੋਰਟੈਂਟ ਜੋ ਪਿਛਲੇ ਸਾਲ ਵੀ ਆਇਆ ਸੀ ਡਾਇਰੈਕਟਲੀ ਕਿਸੇ ਨਾਲ ਵੀ ਤੁਸੀਂ ਛੂਤ-ਛੂਤ ਇਸ ਟਾਈਪ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ, ਕਿਸੇ ਨੂੰ ਜਾਤ ਪਾਤ ਦੇ ਆਧਾਰ ਉੱਤੇ ਤੁਸੀਂ ਅਨਟੱਚੇਬਲ ਇਹ ਪ੍ਰੈਕਟਿਸ ਨਹੀਂ ਫੋਲੋ ਕਰ ਸਕਦੇ। ਸੋ ਅਬੋਲਿਸ਼ਨ ਆਫ ਅਨਟੱਚੇਬਿਲਿਟੀ। ਆਰਟੀਕਲ 25 ਹੈ ਕਿ ਹਰ ਕਿਸੇ ਨੂੰ ਆਪਣੀ ਮਰਜ਼ੀ ਨਾਲ ਆਪਣੇ ਤਰੀਕੇ ਨਾਲ ਆਪਣਾ ਧਰਮ ਹੈ ਜਿਹੜਾ ਉਹਨੂੰ ਪ੍ਰੈਕਟਿਸ ਪ੍ਰੋਫੈਸ ਪ੍ਰੋਪਾਗੇਟ ਉਹਦਾ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ, ਫਰੀडम ਹੈ, ਆਜ਼ਾਦੀ ਹੈ। एजुकेशनल इकोनॉमिक पब्लिक एम्प्लॉयमेंट राइट्स। आर्टिकल 15 किसी नाल कोई भेदभाव नहीं होगा ऑन द बेसिस ऑफ रिलीजन, रेस, कास्ट, सैक्स एंड प्लेस ऑफ बर्थ। आर्टिकल 16 ਜਦੋਂ ਵੀ ਸਰਕਾਰੀ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਹਰ ਕਿਸੇ ਨੂੰ ਬਰਾਬਰ ਦਾ ਹੱਕ ਮਿਲੂ, ਚਾਹੇ ਕੋਈ ਕਿਸੇ ਵੀ ਜਾਤੀ ਦਾ ਹੈ, ਧਰਮ ਦਾ ਹੈ, ਕਿਸੇ ਵੀ ਜਗ੍ਹਾ ਦਾ ਹੈ। everyone will get equal opportunity in matters of public employment। Article 46 promotion of educational economic interest of scheduled caste, scheduled tribe, weaker section। Article 320 public service commission ਦੇ functions ਦੀ ਗੱਲ ਕਰਦਾ ਹੈ। Article 335 claims of scheduled caste, scheduled tribe to services and post। Then political safeguard। scheduled caste, scheduled tribe ਦੇ ਲਈ ਲੋਕ ਸਭਾ ਦੇ ਵਿੱਚ, state legislative assembly ਦੇ ਵਿੱਚ article 330 ਤੇ 332 ਦੇ ਅੰਦਰ reservation है seats दी। so this is very important for exam। first है राजीव सूरी versus DDA। सेंट्रल विस्टा जजमेंट। सेंट्रल विस्टा ਜਿਹੜੀ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਬਣ ਰਹੀ ਹੈ ਭਾਰਤ ਦੀ ਉਸ ਪ੍ਰੋਜੈਕਟ ਦਾ ਨਾਮ ਹੈ ਸੈਂਟਰਲ ਵਿਸਟਾ ਪ੍ਰੋਜੈਕਟ। ਸੋ ਉਹਨੂੰ ਲੈ ਕੇ ਇੱਕ ਕੇਸ ਆਇਆ। ਅਗਲਾ ਹੈ ਰਾਕੇਸ਼ ਵੈਸ਼ਨੋ versus ਯੂਨੀਅਨ ਆਫ ਇੰਡੀਆ ਜਿਹੜੇ ਤਿੰਨ ਖੇਤੀ ਕਾਨੂੰਨ ਪਹਿਲਾਂ ਸਟੇ ਲੱਗੀ ਜਿਨ੍ਹਾਂ ਤੇ
फिर रिपील किते, रद्द किते पार्लियामेंट ने। फार्म लॉ केस, सो ਇਹਦਾ नाम है राकेश वैष्णव वर्सेस यूनियन ऑफ इंडिया। यूनियन ऑफ इंडिया वर्सेस राजेंद्र शाह, एक बहुत इंपॉर्टेंट 97th कॉन्स्टिट्यूशनल अमेंडमेंट की संविधान ਦੇ ਵਿੱਚ ਸ਼ੋਧ ਲਿਆਂਦਾ ਗਿਆ, ਜਿਹਦੇ ਨਾਲ ਇੱਕ ਪੂਰਾ ਦਾ ਪੂਰਾ ਅਲੱਗ ਤੋਂ ਚੈਪਟਰ ਐਡ ਕੀਤਾ। ਉਸ ਤੋਂ ਬਾਅਦ ਇੱਕ ਇੰਪॉर्टेंट ਚੀਜ਼ ਫੰਡਾਮੈਂਟਲ ਰਾਈਟ ਤੇ ਡਾਇਰੈਕਟਿਵ ਪ੍ਰਿੰਸੀਪਲ ਵੀ ਐਡ ਕੀਤਾ ਇਸ ਅਮੈਂਡਮੈਂਟ ਨੇ। ਪਰ ਇਸ ਕੇਸ ਤੋਂ ਬਾਅਦ ਇਸ ਪੂਰੀ ਦੀ ਪੂਰੀ ਅਮੈਂਡਮੈਂਟ ਨੂੰ ਸਟਰਕ ਡਾਊਨ ਕਰਤਾ, ਜਿਹੜੀ ਕੋਆਪਰੇਟਿਵਸ ਨਾਲ ਰਿਲੇਟਡ ਸੀ, ਕਿਉਂਕਿ ਇਹਦੇ ਅੰਦਰ ਸੈਂਟਰ ਤੇ ਸਟੇਟ ਦੀਆਂ ਕਾਫੀ ਪਾਵਰਸ ਕਨਫਲਿਕਟ ਚ ਆ ਰਹੀਆਂ ਸੀ। ਸੋ ਗਲਤ ਤਰੀਕੇ ਨਾਲ ਇਸ ਅਮੈਂਡਮੈਂਟ ਨੂੰ ਲਿਆਂਦਾ ਗਿਆ ਸੀ। ਹੁਣ ਇਹਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕਰਕੇ ਸਟਰਕ ਡਾਊਨ ਕਰਤਾ। OBC reservation of Maratha struck down in Maharashtra specifically, Jayashree Lakshman Rao Patil versus Chief Minister इस केस का नाम है। इसे केस तो बाद ਜਿਹੜੀ ਸਭ ਤੋਂ लेटेस्ट amendment है 105 ਉਹਨੂੰ ਲਿਆਂਦਾ ਗਿਆ। ਸੋ 105 amendment ਇਸੇ judgment ਦਾ result ਹੈ। 105 constitutional amendment ਦੇ ਵਿੱਚ ਕਿਹਾ ਗਿਆ ਕਿ ਹਰ state ਕੋਲ, ਭਾਰਤ ਦੇ ਅੰਦਰ ਹਰ state ਕੋਲ ਹੱਕ ਹੈ ਕਿ ਉਹ ਆਪਣੀ ਇੱਕ OBC ਰਿਜ਼ਰਵੇਸ਼ਨ ਦੇ ਲਈ OBC ਦੀ ਲਿਸਟ ਜਾਰੀ ਕਰ ਸਕਦੇ ਨੇ। ਅਗਲਾ ਹੈ ਯੂਨੀਅਨ ਆਫ ਇੰਡੀਆ ਵਰਸਸ ਰਾਕੇਸ਼ ਮਲਹੋਤਰਾ। ਨੈਸ਼ਨਲ ਟਾਸਕ ਫੋਰਸ ਕਨਸਟੀਟਿਊਟ ਕੀਤੀ ਗਈ ਸੀ ਆਕਸੀਜਨ ਐਲੋਕੇਟ ਕਰਨ ਦੇ ਲਈ ਕੋਵਿਡ ਇਸ਼ੂਜ਼ ਦੇ ਵਿੱਚ, ਸੋ ਉਹਦੇ ਲਈ ਕੇਸ ਸੀ। ਸੋ ਹੁਣ ਆਪਾਂ ਨੇ ਇੰਪੋਰਟੈਂਟ ਜਿਹੜੇ ਲੇਟੈਸਟ ਕੇਸ ਸੀ ਉਹ ਦੇਖ ਲਏ। ਨਾਓ ਵੀ ਆਰ ਮੂਵਿੰਗ ਫਰਦਰ ਟੂ ਲੈਂਡਮਾਰਕ ਕੇਸ। ਲੈਂਡਮਾਰਕ ਕੇਸ ਉਹ ਕੇਸ ਹੁੰਦਾ ਜਿਹੜਾ ਆਉਣ ਵਾਲੇ ਸਾਰੇ ਸਮਿਆਂ ਦੇ ਲਈ ਕਿਸੇ ਇੱਕ ਪਾਰਟਿਕੂਲਰ ਇਸ਼ੂ ਨੂੰ ਲੈ ਕੇ ਐਗਜ਼ਾਮਪਲ ਸੈੱਟ ਕਰਦਾ। ਇੱਕੋ ਲੈਂਡਮਾਰਕ ਸੈੱਟ ਹੋ ਜਾਂਦਾ ਜੇ ਕਿਸੇ ਹੋਰ ਨੇ ਸੇਮ ਇਸ਼ੂ ਤੇ ਡਿਸੀਜਨ ਦੇਣਾ ਤਾਂ ਪਹਿਲਾਂ ਉਹ ਕੇਸ ਨੂੰ ਰੈਫਰ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਜੱਜ ਨੇ ਇਹ ਕਿਹਾ ਸੀ। ਸੋ ਇਹਦੇ ਵਿੱਚ ਸਭ ਤੋਂ ਪਹਿਲਾ ਕੇਸ ਆਉਂਦਾ ਹਿਸ ਹੋਲੀਨੈਸ ਕੇਸ਼ਵ ਨੰਦਾ ਭਾਰਤੀ ਵਰਸਸ ਸਟੇਟ ਆਫ ਕੇਰਲਾ। ਲੈਂਡਮਾਰਕ ਜਜਮੈਂਟ ਤੋਂ ਟੋਟਲ 13 ਜੱਜਿਸ ਦੇ ਬੈਂਚ ਨੇ ਡਿਸੀਜਨ ਦਿੱਤਾ ਸੀ ਸੰਵਿਧਾਨ ਦੇ ਬੇਸਿਕ ਸਟਰਕਚਰ ਉੱਤੇ। ਇਹਦੇ ਵਿੱਚ ਕਿਹਾ ਗਿਆ ਕਿ ਜੋ ਬੇਸਿਕ ਸਟਰਕਚਰ ਹੈ, ਬੇਸਿਕ ਸਟਰਕਚਰ ਦੇ ਪ੍ਰਿੰਸੀਪਲਸ ਨੇ, ਉਹਨਾਂ ਨੂੰ ਆਪਾਂ ਨਹੀਂ ਬਦਲ ਸਕਦੇ। ਇਸੈਂਸ਼ੀਅਲ ਫੀਚਰ ਥਿਊਰੀ ਵੀ ਕਿਹਾ ਜਾਂਦਾ ਹੈ। ਇਸ ਕੇਸ ਦੇ ਅੰਦਰ ਜਿਹੜਾ ਗੋਲਕਨਾਥ ਕੇਸ ਸੀ ਉਹਨੂੰ ਓਵਰਰੂਲ ਕੀਤਾ, ਰੱਦ ਕੀਤਾ, ਕਿਉਂਕਿ ਗੋਲਕਨਾਥ ਕੇਸ ਦੇ ਵਿੱਚ ਕਿਹਾ ਗਿਆ ਸੀ ਕਿ ਬੇਸਿਕ ਸਟਰਕਚਰ ਡਾਕਟ੍ਰਿਨ ਇਹ ਸੰਵਿਧਾਨ ਦੇ ਬਿਲਕੁਲ ਵੀ ਇਸੈਂਸ਼ੀਅਲ ਨਹੀਂ ਹੈ, ਇਹਨੂੰ ਆਪਾਂ ਅਮੈਂਡ ਕਰ ਸਕਦੇ ਹਾਂ। ਪਰ ਕੇਸ਼ਵ ਨੰਦਾ ਭਾਰਤੀ ਕੇਸ ਵਿੱਚ ਸਾਫ਼-ਸਾਫ਼ ਕਹਿਤਾ 13 ਜੱਜਿਸ ਦੇ ਬੈਂਚ ਨੇ ਕਿ ਜੋ ਬੇਸਿਕ ਸਟਰਕਚਰ ਹੈ, ਜੋ ਬੇਸਿਕ ਫੀਚਰਸ ਨੇ ਜਿਨ੍ਹਾਂ ਦੇ ਉੱਤੇ ਆਪਣਾ ਸੰਵਿਧਾਨ ਟਿਕਿਆ ਹੋਇਆ, ਉਹਨੂੰ ਆਪਾਂ ਕਦੇ ਵੀ ਬਦਲ ਨਹੀਂ ਸਕਦੇ। ਪਾਰਲੀਮੈਂਟ ਕੋਈ ਵੀ ਸੰਵਿਧਾਨ ਦਾ ਪਾਰਟ ਅਮੈਂਡ ਕਰ ਸਕਦੀ ਹੈ, ਪਰ ਉਹ ਪਾਰਟ ਬੇਸਿਕ ਸਟਰਕਚਰ ਡਾਕਟ੍ਰਿਨ ਨੂੰ ਡਿਸਟਰੋਏ ਨਾ ਕਰੇ, ਉਹਦੇ ਨਾਲ ਛੇੜਛਾੜ ਨਾ ਕਰੇ। ਸੋ ਇਸ ਕੇਸ ਨੇ ਇਨਡਾਇਰੈਕਟਲੀ ਜਿਹੜੀ ਪਾਰਲੀਮੈਂਟ ਦੀ ਅਮੈਂਡਿੰਗ ਪਾਵਰ ਹੈ ਉਹਦੇ ਉੱਤੇ ਵੀ ਇੱਕ ਲਿਮਿਟੇਸ਼ਨ ਸੈੱਟ ਕਰਤੀ। ਅਗਲਾ ਕੇਸ ਹੈ ਮੇਨਿਕਾ ਗਾਂਧੀ ਵਰਸਸ ਯੂਨੀਅਨ ਆਫ ਇੰਡੀਆ। ਆਰਟੀਕਲ 21 right to life started expanding from this case only। ਸੋ ਜਦੋਂ ਵੀ ਆਪਾਂ right to life ਦੀ ਗੱਲ ਕਰਦੇ ਆ ਉਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤੇ ਸਭ ਤੋਂ ਇੰਪੋਰਟੈਂਟ ਡਿਸੀਜਨ ਹੈ ਮੇਨਿਕਾ ਗਾਂਧੀ ਕੇਸ। right to privacy ਦਾ ਕੇਸ ਹੈ ਜਸਟਿਸ KS ਪੁੱਟੂਸਵਾਮੀ ਵਰਸਸ ਯੂਨੀਅਨ ਆਫ ਇੰਡੀਆ। ਸ਼ੰਕਰੀ ਪ੍ਰਸਾਦ ਵਰਸਸ ਯੂਨੀਅਨ ਆਫ ਇੰਡੀਆ। power of parliament to amend constitution especially fundamental right। ਸੱਜਣ ਸਿੰਘ ਵਰਸਸ ਸਟੇਟ ਆਫ ਰਾਜਸਥਾਨ। ਅਗੇਨ ਸੰਵਿਧਾਨ ਦੀ ਅਮੈਂਡਮੈਂਟ ਕਰਨ ਦੀ ਕਿੰਨੀ ਪਾਵਰ ਹੈ ਸੰਵਿਧਾਨ ਨੂੰ, ਪਾਰਲੀਮੈਂਟ ਦੀ, ਉਸ ਚੀਜ਼ ਦੀ ਗੱਲ ਹੁੰਦੀ ਹੈ। AK ਗੋਪਾਲਨ ਵਰਸਸ ਸਟੇਟ ਆਫ ਮਦਰਾਸ ਹੈ ਪ੍ਰੀਵੈਂਟਿਵ ਡਿਟੈਂਸ਼ਨ ਨੂੰ ਲੈ ਕੇ। ਅਗੇਨ ਇਹਦੇ ਵਿੱਚ ਕਿਤੇ ਨਾ ਕਿਤੇ ਰਾਈਟ ਟੂ ਲਾਈਫ, ਲਿਬਰਟੀ, ਉਹ ਸਾਰੀਆਂ ਚੀਜ਼ਾਂ ਦੀ ਗੱਲ ਹੋਈ ਹੈ। ਸੋ ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਆਪਣੇ ਫਰਸਟ ਟੌਪਿਕ ਤੋਂ, ਸਟੇਟਮੈਂਟ ਕਨਕਲੂਜਨ। ਹੁਣ ਸਟੇਟਮੈਂਟ ਕਨਕਲੂਜਨ ਹੁੰਦਾ ਕੀ ਹੈ? ਇਹਦੇ ਵਿੱਚ ਸਿੰਪਲੀ ਤੁਹਾਨੂੰ ਇੱਕ ਲਾਈਨ ਦਿੱਤੀ ਹੁੰਦੀ ਹੈ ਤੇ ਨੀਚੇ ਤੁਹਾਡੇ ਕੋਲ ਘੱਟੋ ਘੱਟ 2 ਜਾਂ 3 ਆਪਸ਼ਨਸ ਹੋਣਗੀਆਂ ਜਿਨ੍ਹਾਂ ਨੂੰ ਕਨਕਲੂਜਨ ਦਾ ਨਾਮ ਦਿੱਤਾ ਜਾਂਦਾ। ਸਟੇਟਮੈਂਟ ਨੂੰ ਪੜ੍ਹ ਕੇ ਤੁਸੀਂ ਉਸ ਸਟੇਟਮੈਂਟ ਚੋਂ ਕੀ ਨਿਚੋੜ ਕੱਢਦੇ ਹੋ, ਕੀ ਕਨਕਲੂਡ ਕਰਦੇ ਹੋ, ਕੀ ਚੀਜ਼ ਆਪਾਂ ਆਬਜ਼ਰਵ ਕਰ ਸਕਦੇ ਹਾਂ, ਕਿਹੜੀ ਗੱਲ ਆਪਾਂ ਨੂੰ ਸਟੇਟਮੈਂਟ ਚੋਂ ਸਮਝ ਆ ਰਹੀ ਹੈ, ਸੋ ਉਹਨੂੰ ਕਿਹਾ ਜਾਂਦਾ ਹੈ ਕਨਕਲੂਜਨ। ਸੋ ਹੁਣ ਔਰ ਇੱਕ ਚੀਜ਼ ਤੁਸੀਂ ਸਮਝਣੀ ਹੈ, ਦਿਮਾਗ 'ਚ ਰੱਖਣੀ ਹੈ ਕਿ ਜੋ ਸਟੇਟਮੈਂਟ 'ਚ ਲਿਖਤਾ ਉਹਦੇ ਤੋਂ ਬਾਹਰ ਤੁਸੀਂ ਆਪਣੀ ਖੁਦ ਦੀ ਮਰਜ਼ੀ ਨਾਲ ਕੁਝ ਵੀ ਅਜ਼ਿਊਮ ਕਰਕੇ ਕਨਕਲੂਜਨ 'ਚ ਐਡ ਨਹੀਂ ਕਰਨਾ। ਜਿੰਨਾ ਫੈਕਟ ਸਟੇਟਮੈਂਟ ਵਿੱਚ ਦਿੱਤਾ ਹੋਇਆ ਹੈ ਉਨਾ ਹੀ ਫੈਕਟ ਤੁਸੀਂ ਦਿਮਾਗ ਵਿੱਚ ਸਮਝ ਕੇ ਉਹਦਾ ਕਨਕਲੂਜਨ ਡਰਾ ਕਰਨਾ ਹੈ।
ਸੋ ਇਹਦੇ ਅਲੱਗ-ਅਲੱਗ ਟਾਈਪਸ ਨੇ, ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨ ਨੇ। ਆਪਾਂ 1 ਬਾय 1 ਹਰ ਤਰ੍ਹਾਂ ਦੀ ਟਾਈਪ ਨੂੰ ਕਵਰ ਕਰਾਂਗੇ। ਸਭ ਤੋਂ ਪਹਿਲਾਂ ਡਾਇਰੈਕਟ ਕਨਕਲੂਜਨ। ਇਹ ਜੀ ਸਟੇਟਮੈਂਟ ਕਈ ਵਾਰੀ ਹੁੰਦੀ ਹੈ ਜਿਹਦਾ ਕਨਕਲੂਜਨ ਆਪਾਂ ਨੂੰ ਸਟੇਟਮੈਂਟ ਪੜ੍ਹਦੇ ਸਾਰ ਹੀ ਪਤਾ ਚੱਲ ਜਾਂਦਾ ਕਿ ਕੀ ਨਿਕਲਣਾ ਚਾਹੀਦਾ। ਸੋ ਜਿਵੇਂ ਫਰਸਟ ਆਪਾਂ ਟਾਈਪ ਦੇਖ ਲੈਂਦੇ ਆ, ਪਹਿਲਾਂ ਸਟੇਟਮੈਂਟ ਪੜ੍ਹਦੇ ਆ। Some people say, ਕੁਝ ਲੋਕ ਕਹਿੰਦੇ ਨੇ that bad thought come to their mind, ਉਹਨਾਂ ਨੂੰ ਬੁਰੇ ਖਿਆਲ ਆਉਂਦੇ ਨੇ ਜਦੋਂ ਉਹ ਸੌਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਹ ਸਿੰਪਲ ਜੀ ਸਟੇਟਮੈਂਟ ਹੈ। ਪਹਿਲਾ ਕਨਕਲੂਜਨ ਕਹਿ ਰਿਹਾ ਹੈ ਕਿ ਸਿਰਫ ਕੁਝ ਲੋਕਾਂ ਨੂੰ ਹੀ ਬੁਰੇ ਖਿਆਲ ਆਉਂਦੇ ਨੇ ਸੌਣ ਦੇ ਸਮੇਂ। ਬਿਲਕੁਲ ਸਹੀ ਹੈ, ਕਿਉਂਕਿ ਉਰੇ some people ਲਿਖਿਆ ਹੋਇਆ ਤੇ ਇੰਨੀ ਹੀ ਗੱਲ ਆਪਾਂ ਨੂੰ ਕਨਕਲੂਜਨ 'ਚ ਸਮਝ ਆ ਰਹੀ ਹੈ। ਅਗਲਾ ਕਨਕਲੂਜਨ ਕਹਿ ਰਿਹਾ ਹੈ ਕਿ ਜਿੰਨੇ ਵੀ ਵਧੀਆ ਥਾਟ ਨੇ ਸਾਰੇ ਦਿਨ ਵਿੱਚ ਆਉਂਦੇ ਨੇ। ਸੋ ਹੁਣ ਉਰੇ ਗੁੱਡ ਥਾਟ ਦੀ ਕੋਈ ਗੱਲ ਨਹੀਂ ਹੋ ਰਹੀ, ਮਾਰਨਿੰਗ ਦੇ ਸਮੇਂ ਦੀ ਕੋਈ ਗੱਲ ਨਹੀਂ ਹੋ ਰਹੀ, ਸਿਰਫ ਸੌਣ ਦੇ ਸਮੇਂ ਦੀ ਸਿੰਪਲ ਜੀ ਸਿਚੁਏਸ਼ਨ ਦੱਸੀ ਹੋਈ ਹੈ ਤੇ ਉਸ ਸਿਚੁਏਸ਼ਨ ਦਾ ਜਿਹੜਾ ਡਾਇਰੈਕਟ ਕਨਕਲੂਜਨ ਹੈ ਉਹ ਆਪਸ਼ਨ 1 ਵਿੱਚ ਪਿਆ ਹੈ। ਸੋ ਇਸ ਲਈ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਓਨਲੀ ਕਨਕਲੂਜਨ 1 ਫੋਲੋ, ਆਪਸ਼ਨ A। ਸੋ ਇਹ ਤਾਂ ਸੀ ਸਿੰਪਲ ਡਾਇਰੈਕਟ ਕਨਕਲੂਜਨ। ਹੁਣ ਅਗਲਾ ਕੇਸ ਆ ਰਿਹਾ, ਅਗਲੀ ਟਾਈਪ ਹੈ ਇਨਡਾਇਰੈਕਟ ਕਨਕਲੂਜਨ ਦੀ, ਜਿੱਥੇ ਤੁਹਾਨੂੰ ਥੋੜਾ ਜਿਹਾ ਆਪਣਾ ਦਿਮਾਗ ਲਗਾਉਣਾ ਪਊਗਾ। ਸੋ ਸਟੇਟਮੈਂਟ ਪਹਿਲਾਂ ਆਪਾਂ ਦੇਖ ਲੈਂਦੇ ਆ ਕੀ ਕਹਿ ਰਹੀ ਹੈ। ਰਿਕਰੂਟਮੈਂਟ ਕਮੇਟੀ ਹੈ, ਕੋਈ ਜੌਬ ਵਿੱਚ ਰੱਖਣ ਵਾਲੀ ਕਮੇਟੀ ਹੈ। ਉਹਨਾਂ ਨੇ ਜਿਹੜੇ ਐਪਲੀਕੈਂਟ ਸ਼ਾਰਟ ਲਿਸਟ ਕਰਨੇ ਨੇ ਉਹਦੇ ਲਈ ਕ੍ਰਾਈਟੇਰੀਆ ਸੈੱਟ ਕਰਤਾ ਕਿ ਘੱਟੋ ਘੱਟ ਪੂਰੇ ਕਰੀਅਰ ਦੇ ਵਿੱਚ, ਥਰੂ ਆਊਟ ਕਰੀਅਰ, ਜਦੋਂ ਤੋਂ ਉਹਨਾਂ ਨੇ ਜ਼ਿੰਦਗੀ 'ਚ ਪੜ੍ਹਾਈ ਕੀਤੀ ਹੈ, ਹਰ ਕਰੀਅਰ ਦੇ ਪੜਾਅ ਉੱਤੇ ਘੱਟੋ ਘੱਟ 60% ਹਾਸਿਲ ਕੀਤੇ ਹੋਣੇ ਚਾਹੀਦੇ ਨੇ, ਤਾਂ ਹੀ ਉਹਨਾਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਊਗਾ। ਇਹ ਹੈ ਰਿਕਰੂਟਮੈਂਟ ਕਮੇਟੀ ਦੀ ਬੇਸਿਕ ਜੀ ਇੱਕ ਰੂਲ, ਕ੍ਰਾਈਟੇਰੀਆ, ਗਾਈਡਲਾਈਨ। ਹੁਣ ਅਨਿਰੁੱਧ ਹੈ, ਉਹਦੇ 75% ਆਏ 10ਵੀਂ ਚੋਂ, 57 ਆਏ 12ਵੀਂ ਚੋਂ। ਗ੍ਰੈਜੂਏਸ਼ਨ ਉਹਨੇ ਕੀਤੀ ਸਾਇੰਸ ਫੀਲਡ ਵਿੱਚ ਤੇ ਗ੍ਰੈਜੂਏਸ਼ਨ 'ਚ ਉਹਨੇ ਹਾਸਿਲ ਕੀਤੇ 78%। ਕਨਕਲੂਜਨ ਨਿਕਲ ਰਿਹਾ ਕਿ ਅਨਿਰੁੱਧ ਨੂੰ ਸ਼ਾਰਟ ਲਿਸਟ ਕੀਤਾ ਜਾਊਗਾ, ਜਾਂ ਦੂਜਾ ਕਨਕਲੂਜਨ ਹੈ ਕਿ ਅਨਿਰੁੱਧ ਨੂੰ ਸ਼ਾਰਟ ਲਿਸਟ ਨਹੀਂ ਕੀਤਾ ਜਾਊ। ਸੋ ਹੁਣ ਉਰੇ ਆਪਾਂ ਨੂੰ ਪਹਿਲਾਂ ਦੇਖਣਾ ਪਊਗਾ ਕਿ ਰਿਕਰੂਟਮੈਂਟ ਕਮੇਟੀ ਸ਼ਾਰਟ ਲਿਸਟ ਕਰਨ ਦੇ ਲਈ ਉਹਦਾ ਕ੍ਰਾਈਟੇਰੀਆ ਕੀ ਹੈ, ਕੀ ਚੀਜ਼ ਮੰਗ ਰਹੀ ਹੈ। ਸੋ ਰਿਕਰੂਟਮੈਂਟ ਕਮੇਟੀ ਨੇ ਕੀ ਕਿਹਾ ਕਿ ਘੱਟੋ ਘੱਟ 60% ਹੋਣੇ ਚਾਹੀਦੇ ਨੇ। ਹੁਣ ਆਪਾਂ ਦੇਖਾਂਗੇ ਕਿ ਸਟੇਟਮੈਂਟ ਦੇ ਵਿੱਚ ਦੱਸਿਆ ਹੋਇਆ ਹੈ ਇੱਕ ਜਗ੍ਹਾ ਤੇ 12ਵੀਂ 'ਚ ਅਨਿਰੁੱਧ ਦੇ 57% ਨੇ, 60% ਤੋਂ ਘੱਟ ਨੇ, ਮਤਲਬ ਕਿ ਅਨਿਰੁੱਧ ਨੂੰ ਸ਼ਾਰਟ ਲਿਸਟ ਨਹੀਂ ਕੀਤਾ ਜਾਊਗਾ, ਕਿਉਂਕਿ ਸਾਫ਼-ਸਾਫ਼ ਸਟੇਟਮੈਂਟ 'ਚ ਲਿਖਤਾ ਕਿ ਥਰੂ ਆਊਟ ਕਰੀਅਰ ਹਰ ਕਲਾਸ ਦੇ ਵਿੱਚ ਘੱਟੋ ਘੱਟ 60% ਆਉਣੇ ਚਾਹੀਦੇ ਨੇ ਨੰਬਰ। ਸੋ ਇਸੇ ਲਈ ਸੈਕੰਡ ਕਨਕਲੂਜਨ ਉਰੇ ਸਹੀ ਹੈ, ਆਪਸ਼ਨ B, ਓਨਲੀ ਕਨਕਲੂਜਨ 2 ਫੋਲੋਜ਼ ਇਜ਼ ਦ ਰਾਈਟ ਆਨਸਰ। ਹੁਣ ਅੱਗੇ ਆਪਾਂ ਇਹਨਾਂ ਦੇ ਵਿੱਚ ਹੀ ਹੋਰ ਡਾਇਵਰਸਿਫਿਕੇਸ਼ਨ ਦੇ ਵੱਲ ਜਾਵਾਂਗੇ, ਜ਼ਿਆਦਾ ਆਪਾਂ ਡੀਟੇਲ ਵਿੱਚ ਹੁਣ ਦੇਖਾਂਗੇ। ਘੱਟੋ ਘੱਟ ਮੈਂ ਤੁਹਾਡੇ ਨਾਲ ਅੱਜ ਅਲੱਗ-ਅਲੱਗ ਤਰ੍ਹਾਂ ਦੇ ਹੋਰ 5 ਕੇਸਿਸ ਸ਼ੇਅਰ ਕਰੂੰਗੀ, ਜਿਹਦੇ ਨਾਲ ਤੁਹਾਡਾ ਟੌਪਿਕ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਜੂ। ਤੁਹਾਨੂੰ ਪਤਾ ਚੱਲ ਜੂ ਕਿ ਪੇਪਰ 'ਚ ਅਸੀਂ ਕਿਵੇਂ ਕਨਕਲੂਜਨ ਸਟੇਟਮੈਂਟ ਵਾਲੇ ਕੁਐਸਚਨ ਨੂੰ ਅਟੈਂਪਟ ਕਰਨਾ ਹੈ। ਹੁਣ ਪਹਿਲਾ ਕੇਸ ਉਹ ਹੈ ਜਿੱਥੇ ਸਿਰਫ ਇੱਕ ਹੀ ਕਨਕਲੂਜਨ ਫੋਲੋ ਕਰਦਾ, ਪਹਿਲੇ ਵਾਲਾ। ਸਟੇਟਮੈਂਟ ਪੜ੍ਹ ਲੈਂਦੇ ਆਪਾਂ ਪਹਿਲਾਂ। ਜੇ ਸੰਗੀਤਾ ਲਗਾਤਾਰ ਮਿਹਨਤ ਕਰੂ, ਕੰਸਿਸਟੈਂਟ ਰਹੂ, ਉਹ ਡੈਫੀਨੇਟਲੀ ਪੱਕਾ ਪੇਪਰ 'ਚ ਪਾਸ ਹੋ। ਕਨਕਲੂਜਨ ਕਹਿ ਰਿਹਾ ਕੰਸਿਸਟੈਂਸੀ ਤੇ ਹਾਰਡ ਵਰਕ, ਮਿਹਨਤ ਤੇ ਲਗਨ ਕਿਸੇ ਵੀ ਪੇਪਰ ਨੂੰ ਕਲੀਅਰ ਕਰਨ ਦੇ ਲਈ ਜ਼ਰੂਰੀ ਨੇ। ਇਹ ਚੀਜ਼ ਆਪਾਂ ਨੂੰ ਇਹ ਲਾਈਨ ਪੜਨ ਸਾਰ ਪਤਾ ਚੱਲ ਰਹੀ ਹੈ, ਕਿਉਂਕਿ ਜਿਹਨੇ ਸਟੇਟਮੈਂਟ ਕਹੀ ਹੈ ਉਹਦਾ ਮੈਸੇਜ, ਉਹਦਾ ਕਨਕਲੂਜਨ ਇਹੀ ਨਿਕਲ ਰਿਹਾ ਹੈ ਕਿ ਉਹਦੇ ਸੰਗੀਤਾ ਨੂੰ ਮਿਹਨਤ ਤੇ ਲਗਨ ਬਾਰੇ ਦੱਸਣ ਦਾ ਇਹੀ ਇੱਕ ਮਤਲਬ ਹੈ, ਸੋ ਦੈਟ ਉਹ ਪੇਪਰ ਨੂੰ ਕਲੀਅਰ ਕਰ ਸਕੇ। ਕਿਉਂਕਿ ਕਿਸੇ ਵੀ ਪੇਪਰ ਨੂੰ ਕਲੀਅਰ ਕਰਨ ਦੇ ਲਈ ਇਹ ਲਾਈਨ ਤੋਂ ਪਤਾ ਚੱਲ ਰਿਹਾ ਕਿ ਇਹ ਕਿਹਾ ਜਾ ਰਿਹਾ ਕਿ ਮਿਹਨਤ ਤੇ ਲਗਨ ਬਹੁਤ ਜ਼ਰੂਰੀ ਹੈ। ਸੋ ਪਹਿਲੀ ਸਟੇਟਮੈਂਟ ਤਾਂ ਉਰੇ 100% ਸਹੀ ਹੈ, ਕਿਉਂਕਿ ਬਿਲਕੁਲ ਇਹੀ ਕਨਕਲੂਜਨ ਨਿਕਲ ਕੇ ਆ ਰਿਹਾ ਸਟੇਟਮੈਂਟ ਦੇ ਵਿੱਚੋਂ। ਨੈਕਸਟ ਸੈਕਿੰਡ ਸਟੇਟਮੈਂਟ ਹੈ some people can pass the exam without consistency and hard work। ਹੁਣ ਇਸ ਟਾਈਪ ਦੀ ਕੋਈ ਵੀ ਗੱਲ ਨਹੀਂ ਹੋ ਰਹੀ, ਕੋਈ ਉਰੇ ਅਲੱਗ ਹੋਰ ਲੋਕਾਂ ਦੀ ਗੱਲ ਨਹੀਂ ਹੋ ਰਹੀ। ਉਰੇ ਜਿਵੇਂ ਇਹਨਾਂ ਨੇ some people ਲਿਖਤਾ, ਸਿਰਫ ਇੱਕ ਇਨਸਾਨ ਸੰਗੀਤਾ ਦੇ ਉੱਪਰ ਗੱਲ ਕੀਤੀ ਹੈ, ਉਹਨੂੰ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਮੈਸੇਜ ਦਾ ਨਿਚੋੜ ਪਹਿਲੀ ਸਟੇਟਮੈਂਟ ਦੇ ਵਿੱਚ ਆਪਾਂ ਨੇ ਪੜ੍ਹ ਲਿਆ। ਸੋ ਤੁਸੀਂ ਜੇ ਨਹੀਂ ਮਿਹਨਤ ਕਰਦੇ ਤਾਂ ਕਲੀਅਰ ਕਰੋਗੇ, ਨਹੀਂ ਕਰੋਗੇ, ਇਹ ਸਾਰੀਆਂ ਚੀਜ਼ਾਂ ਦੀ ਸਟੇਟਮੈਂਟ ਦੇ ਵਿੱਚ ਕੋਈ ਵੀ ਗੱਲ ਨਹੀਂ ਹੋ ਰਹੀ। ਸੋ ਇੱਕ ਜਨਰਲਾਈਜ਼ਡ ਉਰੇ ਇਹਨਾਂ ਨੇ ਸਟੇਟਮੈਂਟ ਦੇਤੀ, ਜਦਕਿ ਜਿਹੜੀ ਸਟੇਟਮੈਂਟ ਹੈ, ਕੁਐਸਚਨ ਹੈ, ਉਹਦੇ ਵਿੱਚ ਪਾਰਟਿਕੂਲਰਲੀ ਸਿਰਫ ਇੱਕ ਛੋਟੀ ਜਿਹੀ ਗੱਲ ਕਹੀ ਜਾ ਰਹੀ ਹੈ ਕਿ ਮਿਹਨਤ ਤੇ ਲਗਨ ਪੇਪਰ ਨੂੰ ਕਲੀਅਰ ਕਰਨ ਦੇ ਲਈ ਜ਼ਰੂਰੀ ਨੇ। ਸੋ ਇਸੇ ਲਈ ਸਿਰਫ ਪਹਿਲਾ ਕਨਕਲੂਜਨ ਸਹੀ ਹੈ, ਓਨਲੀ 1 ਕਨਕਲੂਜਨ ਫੋਲੋ। ਅਗਲਾ ਕੇਸ ਹੈ ਜਿੱਥੇ ਸਿਰਫ ਕਨਕਲੂਜਨ 2 ਸਹੀ ਹੁੰਦਾ।
ਸਟੇਟਮੈਂਟ ਹੈ ਜਦੋਂ ਵੀ ਕਦੇ ਤੁਸੀਂ ਸਿਕਿਉਰਿਟੀਜ਼ ਦੇ ਵਿੱਚ ਇਨਵੈਸਟ ਕਰਨਾ ਹੈ, ਕੋਈ ਸ਼ੇਅਰ ਖਰੀਦਣੇ ਨੇ, ਕਿਤੇ ਪੈਸਾ ਲਾਉਣਾ, ਤਾਂ ਪਹਿਲਾਂ ਤੁਸੀਂ ਫਾਈਨੈਂਸ਼ੀਅਲ ਜਾਂ ਇਨਵੈਸਟਮੈਂਟ ਐਡਵਾਈਜ਼ਰ ਸਲਾਹਕਾਰ ਨੂੰ ਕੰਸਲਟ ਕਰੋ। ਸੋ ਸਟੇਟਮੈਂਟ ਹੈ always consult your financial investment advisor before investing in security। ਕੋਈ ਵੀ ਜਿਹੜਾ ਕਿਸੇ ਚੀਜ਼ ਦਾ ਐਡਵਾਈਜ਼ਰ ਹੈ, ਉਹਦਾ ਪੇਸ਼ਾ ਹੈ ਕਿ ਉਹ ਤੁਹਾਨੂੰ ਦੱਸੂ ਕਿ ਕਿੰਨਾ ਕੁ ਰਿਸਕ ਹੈ, ਤੁਹਾਨੂੰ ਕਿੱਥੇ ਪੈਸਾ ਲਗਾਉਣਾ ਚਾਹੀਦਾ ਹੈ, ਕਿੱਥੇ ਨਹੀਂ ਲਗਾਉਣਾ ਚਾਹੀਦਾ। ਸੋ ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਕਿਸੇ ਨੂੰ ਵੀ ਸਿਕਿਉਰਿਟੀ 'ਚ ਪੈਸਾ ਲਗਾਉਣਾ ਹੀ ਨਹੀਂ ਚਾਹੀਦਾ। ਇਹ ਤਾਂ ਬਿਲਕੁਲ ਹੀ ਓਪੋਜ਼ਿਟ ਹੋਗੀ, ਕਿਉਂਕਿ ਉਰੇ ਆਪਾਂ ਨੂੰ ਸਟੇਟਮੈਂਟ ਪੜ੍ਹ ਕੇ ਇਸ ਟਾਈਪ ਦਾ ਕੋਈ ਵੀ ਮੈਸੇਜ ਨਹੀਂ ਮਿਲ ਰਿਹਾ। ਸੈਕੰਡ ਸਟੇਟਮੈਂਟ ਹੈ ਇਨਵੈਸਟਮੈਂਟ ਐਡਵਾਈਜ਼ਰ ਐਨਾਲਾਈਜ਼ ਦ ਮਾਰਕੀਟ ਰਿਸਕ। ਜਿਹੜੀ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਉਰੇ ਇਸ ਸਟੇਟਮੈਂਟ ਨੂੰ ਬੋਲਣ ਦਾ ਇਹੀ ਮਤਲਬ ਆ ਕਿ ਤੁਸੀਂ ਸਲਾਹ ਲਓ ਕਿਤੇ ਵੀ ਪੈਸਾ ਲਗਾਉਣ ਤੋਂ ਪਹਿਲਾਂ ਐਡਵਾਈਜ਼ਰ ਦੀ, ਕਿਉਂਕਿ ਐਡਵਾਈਜ਼ਰ ਕੌਣ ਆ? ਇੱਕ ਪ੍ਰੋਫੈਸ਼ਨਲ ਪਰਸਨ ਆ ਜਿਹਨੂੰ ਮਾਰਕੀਟ ਦੇ ਰਿਸਕ ਦਾ ਪਤਾ ਹੈ, ਤੁਹਾਨੂੰ ਐਡਵਾਈਸ ਕਰੂ ਕਿੱਥੇ ਕਿੰਨਾ ਪੈਸਾ ਲਗਾਉਣਾ ਚਾਹੀਦਾ ਸੋ ਦੈਟ ਤੁਹਾਡਾ ਪੈਸਾ ਬਰਬਾਦ ਨਾ ਜਾਵੇ, ਤੁਸੀਂ ਮੁਨਾਫੇ ਵੱਲ ਜਾਓ। So investment advisor analyze the market risk and advise where and when to invest। ਇਹੀ conclusion ਨਿਕਲ ਰਿਹਾ ਇਸ statement ਨੂੰ ਪੜ੍ਹ ਕੇ ਆਪਾਂ ਇੰਨੀ ਕੀ ਗੱਲ ਸਮਝ ਪਾ ਰਹੇ ਹਾਂ। ਸੋ ਉਰੇ ਸਿਰਫ second conclusion ਠੀਕ ਹੈ, option B only conclusion to follow। ਆਰਡਰ ਤੇ ਰੈਂਕਿੰਗ ਦਾ ਹੁਣ ਇਸ ਟਾਈਪ ਦੇ ਕੁਐਸਚਨ ਲਈ ਜੇ ਮੈਂ ਤੁਹਾਨੂੰ ਫਾਰਮੂਲੇ ਜੋ ਅੱਜ ਦੱਸ ਰਹੀ ਹਾਂ ਤੁਸੀਂ ਇਹ ਤਿਆਰ ਕਰ ਲਏ, ਤੁਹਾਡੇ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਹੈ ਉਹ ਕੁਝ ਸੈਕਿੰਡਸ ਦੇ ਵਿੱਚ ਹੀ ਤਿਆਰ ਹੋ ਜਾਊਗਾ ਤੇ ਬਿਲਕੁਲ ਰਾਈਟ ਆਨਸਰ ਆਊਗਾ ਉੱਥੇ। ਸੋ ਮੈਂ ਤੁਹਾਨੂੰ ਅਲੱਗ-ਅਲੱਗ ਕੇਸ ਅੱਜ ਕਰਵਾਉਂਗੀ ਕਿ ਕਿਵੇਂ ਦੇ ਆਰਡਰ ਰੈਂਕਿੰਗ ਦੇ ਕੁਐਸਚਨ ਆ ਸਕਦੇ ਨੇ, ਕਿਹੜੇ ਫਾਰਮੂਲੇ ਅਪਲਾਈ ਕਰਨੇ ਨੇ। ਕੁਐਸਚਨ ਜੋ ਤੁਸੀਂ ਸਿਰਫ ਕੀ ਦੇਖਣਾ, ਪਹਿਲਾ ਕੇਸ ਹੈ ਜਿੱਥੇ ਰੈਂਕ ਹੋਵੇ ਕਿਸੇ ਪਰਸਨ ਦਾ ਦੋਨੋਂ ਸਾਈਡ ਤੋਂ। ਕੁਐਸਚਨ ਹੋਵੇ ਕਿ ਇੱਕ ਰੋ ਹੈ, ਲਾਈਨ ਹੈ, ਉਹਦੇ ਅੱਗਿਓਂ ਰਾਮ ਦੀ ਪੋਜੀਸ਼ਨ ਇੰਨੀ ਹੈ, ਪਿੱਛੋਂ ਰਾਮ ਦੀ ਪੋਜੀਸ਼ਨ ਇੰਨੀ ਹੈ, ਟੋਟਲ ਰੋ 'ਚ ਕਿੰਨੇ ਪਰਸਨਸ ਨੇ। ਸੋ ਇਸ ਟਾਈਪ ਦਾ ਜੇ ਸਿੱਧਾ ਜਿਹਾ ਕੁਐਸਚਨ ਆ ਗਿਆ ਟੂ ਫਾਈਂਡ ਦ ਟੋਟਲ ਨੰਬਰ ਆਫ ਪਰਸਨ ਵੈਨ ਰੈਂਕ ਆਫ ਵਨ ਪਰਸਨ, ਸਿਰਫ ਇੱਕ ਹੀ ਇਨਸਾਨ ਦੀ ਗੱਲ ਹੋ ਰਹੀ ਹੈ, ਉਹਦੀ ਦੋਨੋਂ ਸਾਈਡਸ ਤੋਂ ਪੋਜੀਸ਼ਨ ਦੱਸੀ ਹੋਈ ਹੈ, ਆਪਾਂ ਨੇ ਪਤਾ ਲਗਾਉਣਾ ਕੁੱਲ ਕਿੰਨੇ ਪਰਸਨ ਨੇ ਰੋ 'ਚ। ਸੋ ਉੱਥੇ ਬਹੁਤ ਸਿੰਪਲ ਹੈ, ਜੋ ਦੋਨੋਂ ਰੈਂਕ ਦੱਸੇ ਹੋਏ ਨੇ ਅੱਗਿਓਂ ਤੇ ਪਿੱਛੋਂ ਉਹਨਾਂ ਨੂੰ ਜੋੜ ਕੇ ਇੱਕ ਮਾਈਨਸ ਕਰ ਦੇਣਾ। ਸੋ ਇਹਦੇ ਨਾਲ ਆ ਜਾਊਗਾ ਟੋਟਲ ਨੰਬਰ ਆਫ ਪਰਸਨ। ਹੁਣ ਇੱਕ ਵਾਰੀ ਆਪਾਂ ਕੁਐਸਚਨ ਸੋਲਵ ਕਰਕੇ ਵੀ ਦੇਖ ਲੈਂਦੇ ਆ। ਇਨ ਅ ਰੋ ਆਫ ਪਰਸਨ ਅਜੇ ਦੀ ਪੋਜੀਸ਼ਨ ਹੈ 30ਵੀਂ ਖੱਬੇ ਪਾਸਿਓਂ, ਇੱਕ ਰੋ ਹੈ। ਜੇ ਆਪਾਂ ਲੈਫਟ ਸਾਈਡ ਤੋਂ ਦੇਖੀਏ ਤਾਂ ਅਜੇ ਆਉਂਦਾ 30ਵੇਂ ਨੰਬਰ ਤੇ, ਸੱਜੇ ਪਾਸੇ ਜੇ ਗੱਲ ਕਰੀਏ ਤਾਂ ਅਜੇ ਆਉਂਦਾ 34ਵੇਂ ਨੰਬਰ ਤੇ। ਸੋ ਹੁਣ ਆਪਾਂ ਨੇ ਟੋਟਲ ਨੰਬਰ ਆਫ ਪਰਸਨ ਫਾਈਂਡ ਆਊਟ ਕਰਨੇ ਨੇ। ਸੋ ਉੱਥੇ ਹੁਣ ਆਪਾਂ ਫਾਰਮੂਲਾ ਲਗਾ ਦਾਂਗੇ 34 + 30 ਕਿੰਨਾ ਹੋ ਗਿਆ 64, ਇਹ ਚੋਂ ਇੱਕ ਮਾਈਨਸ ਕਰਨਾ ਹੈ 63। ਸੋ ਟੋਟਲ ਕਿੰਨੇ ਹੋ ਗਏ 63। ਵੈਰੀ ਸਿੰਪਲ। ਨੈਕਸਟ ਹੈ ਟੂ ਫਾਈਂਡ ਦ ਪੋਜੀਸ਼ਨ ਆਫ ਅ ਪਰਸਨ ਫਰੋਮ ਆਪੋਜ਼ਿਟ ਸਾਈਡ, ਜਦੋਂ ਰੈਂਕ ਇੱਕ ਸਾਈਡ ਦਾ ਹੋਵੇ ਤੇ ਟੋਟਲ ਨੰਬਰ ਆਫ ਪਰਸਨ ਦਿੱਤੇ ਹੋਣ। ਸੋ ਇਹੀ ਤੁਸੀਂ ਇੱਕ ਫਾਰਮੂਲਾ ਲੈ ਲਓ, ਇਹਦੇ ਵਿੱਚੋਂ ਆਪਾਂ ਨੂੰ ਇੱਕ ਸਾਈਡ ਦਾ ਰੈਂਕ ਹੋਵੇ, ਟੋਟਲ ਨੰਬਰ ਆਫ ਪਰਸਨਸ ਦਿੱਤੇ ਹੋਣ ਜੋ ਆਪਾਂ ਨੇ ਪਹਿਲਾਂ ਕੱਢਿਆ, ਤਾਂ ਉੱਥੇ ਆਪਾਂ ਨੇ ਫਿਰ ਕਿਵੇਂ ਫਾਈਂਡ ਆਊਟ ਕਰਨਾ ਹੈ। ਸੋ ਉੱਥੇ ਆਪਾਂ ਨੇ ਕੀ ਕਰਨਾ ਹੈ, ਜਿਸ ਆਪੋਜ਼ਿਟ ਸਾਈਡ ਦਾ ਜਿੱਥੋਂ ਦਾ ਆਪਾਂ ਨੂੰ ਰੈਂਕ ਨਹੀਂ ਪਤਾ ਜੋ ਆਪਾਂ ਨੇ ਕੱਢਣਾ ਹੈ, ਉਹਦੇ ਲਈ ਆਪਾਂ ਕੀ ਕਰਾਂਗੇ, ਜੋ ਟੋਟਲ ਨੰਬਰ ਆਫ ਪਰਸਨ ਦੱਸੇ ਹੋਏ ਨੇ, ਟੋਟਲ ਨੰਬਰ ਆਫ ਪਰਸਨ ਦੱਸੇ ਹੋਏ ਨੇ ਕੁਐਸਚਨ ਦੇ ਵਿੱਚ, ਉਹਦੇ ਚੋਂ ਆਪਾਂ ਨੇ ਜੋ ਪਰਸਨ ਦੀ ਪੋਜੀਸ਼ਨ ਇੱਕ ਸਾਈਡ ਤੋਂ ਦੱਸੀ ਹੋਈ ਹੈ ਉਹਨੂੰ ਮਾਈਨਸ ਕਰਾਂਗੇ ਤੇ ਉਹਦੇ ਚ ਆਪਾਂ 1 ਨੂੰ ਐਡ ਕਰ ਦਾਂਗੇ। ਸੋ ਕੁਐਸਚਨ ਇੱਕ ਵਾਰੀ ਆਪਾਂ ਸੋਲਵ ਕਰ ਲੈਂਦੇ ਆ। ਇੱਕ ਰੋ ਹੈ, ਲਾਈਨ ਹੈ, ਉਹਦੇ ਚ ਟੋਟਲ 42 ਲੋਕ ਨੇ। ਰਾਮ ਦੀ ਪੋਜੀਸ਼ਨ ਜੇ ਆਪਾਂ ਸੱਜੇ ਪਾਸੇ ਦੇਖੀਏ ਤਾਂ ਰਾਮ 22ਵੇਂ ਨੰਬਰ ਤੇ ਹੈ। ਹੁਣ ਆਪਾਂ ਨੇ ਦੱਸਣਾ ਕਿ ਰਾਮ ਖੱਬੇ ਪਾਸਿਓਂ ਕਿੰਨਵੇਂ ਨੰਬਰ ਤੇ ਖੜਾ ਹੈ। ਇਸ ਟਾਈਪ ਦੇ ਕੁਐਸਚਨ ਬਹੁਤ ਜ਼ਿਆਦਾ ਆਉਂਦੇ ਨੇ ਪੇਪਰ ਤੇ ਆਮ ਤੌਰ ਤੇ ਆਪਾਂ ਦੇਖਣ ਸਾਰ ਕਨਫਿਊਜ਼ ਹੋ ਜਾਂਦੇ ਆ, ਡਰ ਜਾਂਦੇ ਆ, ਛੱਡ ਦਿੰਦੇ ਆ, ਪਰ ਇਹ ਕੁਐਸਚਨ ਛੱਡਣ ਵਾਲੇ ਨਹੀਂ ਹੁੰਦੇ। ਛੋਟੇ ਫਾਰਮੂਲੇ ਨੇ, ਛੋਟੀਆਂ ਟ੍ਰਿਕਸ ਨੇ ਜਿਨ੍ਹਾਂ ਨੂੰ ਤੁਸੀਂ ਅਪਣਾਉਣਾ ਹੈ, ਦਿਮਾਗ 'ਚ ਬਿਠਾਉਣਾ ਹੈ ਤੇ ਤੁਹਾਡਾ ਕੁਐਸਚਨ ਉੱਥੇ ਦੇਖਣ ਸਾਰ ਕੁਝ ਸੈਕਿੰਡਸ ਵਿੱਚ ਹੀ ਸੋਲਵ ਹੋ ਜੂ। ਸੋ ਹੁਣ ਉਰੇ ਆਪਾਂ ਦੇਖ ਲੈਂਦੇ ਆ। ਪਹਿਲਾ ਕੁਐਸਚਨ ਦੇ ਅਕੋਰਡਿੰਗ ਟੋਟਲ ਨੰਬਰ ਆਫ ਪਰਸਨ ਉਰੇ 42 ਲਿਖ ਲਓ, ਪੋਜੀਸ਼ਨ ਕਿੰਨੀ ਹੈ 22ਵੀਂ, ਸੋ ਕਿੰਨੇ ਰਹਿ ਗਏ 20, ਪਲੱਸ ਕਰਨਾ 1। ਸੋ ਆਪੋਜ਼ਿਟ ਸਾਈਡ ਤੋਂ ਪਰਸਨ ਦੀ ਪੋਜੀਸ਼ਨ ਹੋਊਗੀ 21। ਹੁਣ ਇਹਨੂੰ ਤੁਸੀਂ
ਇਹ ਫਾਰਮੂਲਾ ਲਗਾ ਕੇ ਚੈੱਕ ਵੀ ਕਰ ਸਕਦੇ ਹੋ। ਸੋ ਚੈੱਕ ਕਿਵੇਂ ਕਰਨਾ ਹੈ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ। ਹੁਣ ਉਰੇ ਆਪਣੇ ਕੋਲ ਦੋਨੋਂ ਸਾਈਡ ਦੀ ਪੋਜੀਸ਼ਨ ਆ ਗਈ 21 + 22 ਕਿੰਨਾ ਆ ਗਿਆ 43। 43 ਚੋਂ 1 ਮਾਈਨਸ ਕੀਤਾ 42। ਸੋ 42 ਕੀ ਸੀ ਆਪਣੇ ਕੋਲ ਟੋਟਲ ਨੰਬਰ ਆਫ ਪਰਸਨ, मतलब अपना आंसर सही है। सो चाहे ए होवे जे तुसी अपना आंसर रीचेक भी करना है तो ओपोजिट फार्मूला लगा के रीचेक कर सकते हो। नेक्स्ट इज डेटा सफिशिएंसी। ਹੁਣ ਜਿਹੜੇ ਡੇਟਾ ਸਫੀਸ਼ੀਐਂਸੀ ਦੇ ਕੁਐਸਚਨ ਹੁੰਦੇ ਨੇ ਉਹ ਆਲਮੋਸਟ ਜਿਵੇਂ ਪਜ਼ਲ ਦੇ ਕੁਐਸਚਨ ਆਉਂਦੇ ਨੇ, ਤੁਹਾਨੂੰ 4-5 ਸਿਚੁਏਸ਼ਨਾਂ ਦਿੱਤੀਆਂ ਹੁੰਦੀਆਂ ਨੇ, ਸੇਮ ਉਸੇ ਟਾਈਪ ਦੇ ਹੁੰਦੇ ਨੇ। ਜ਼ਿਆਦਾਤਰ ਪੇਪਰ 'ਚ ਦੇਖਿਆ ਕਿ ਜਾਂ ਤਾਂ ਪਜ਼ਲ ਦਾ ਕੁਐਸਚਨ ਆਉਂਦਾ ਜਾਂ ਡੇਟਾ ਸਫੀਸ਼ੀਐਂਸੀ ਦਾ, ਕਿਉਂਕਿ ਥੋੜੇ ਜਿਹੇ ਲੈਂਥੀ ਕੁਐਸਚਨ ਹੁੰਦੇ ਨੇ। ਬਹੁਤ ਹੀ ਰੇਅਰ ਹੁੰਦਾ ਕਿ ਇੱਕ ਜਿਵੇਂ ਮੰਨ ਲਓ 30 ਨੰਬਰ ਦੀ ਰੀਜ਼ਨਿੰਗ ਆਉਣੀ ਆ ਤਾਂ ਉੱਥੇ ਤੁਹਾਨੂੰ 2 ਸਿਮਿਲਰ ਟਾਈਪ ਦੇ ਲੈਂਥੀ ਕੁਐਸਚਨ ਹੋਣਗੇ। ਜ਼ਿਆਦਾਤਰ 5-6 ਕੁਐਸਚਨ ਵਾਲਾ ਇੱਕ ਹੀ ਇਕੱਠਾ ਪਾ ਦਿੰਦੇ ਨੇ, ਉਹ ਡੇਟਾ ਸਫੀਸ਼ੀਐਂਸੀ ਜਾਂ ਫਿਰ ਪਜ਼ਲ ਦਾ ਕੁਐਸਚਨ। ਸੋ ਪਹਿਲਾਂ ਆਪਾਂ ਡੇਟਾ ਸਫੀਸ਼ੀਐਂਸੀ ਦੇਖ ਲੈਂਦੇ ਹਾਂ ਹੁੰਦੀ ਕੀ ਹੈ। ਇਨ ਕੁਐਸਚਨ ਬੇਸਡ ਔਨ ਡੇਟਾ ਸਫੀਸ਼ੀਐਂਸੀ ਕੈਂਡੀਡੇਟਸ ਆਰ ਗਿਵਨ ਅ ਪੀਸ ਆਫ ਇਨਫੋਰਮੇਸ਼ਨ। ਤੁਹਾਨੂੰ ਕੁਝ ਕੰਡੀਸ਼ਨ ਦਿੱਤੀਆਂ ਜਾਂਦੀਆਂ ਨੇ, ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਥੋੜੀਆਂ ਆਪਸ਼ਨਸ ਹੁੰਦੀਆਂ ਨੇ ਜਿੱਥੇ ਉਹਨਾਂ ਨੂੰ ਆਨਸਰ ਕਰਨਾ ਹੁੰਦਾ ਹੈ ਇੰਨਾ ਹੀ ਇਨਫੋਰਮੇਸ਼ਨ ਕੰਡੀਸ਼ਨਸ ਦੇ ਆਧਾਰ ਉੱਤੇ। ਐਸ ਕੰਪਲਿਕੇਟਿਡ ਐਸ ਇਟ ਮੇ ਸੀਮ, ਦੇਖਣ ਨੂੰ ਡੇਟਾ ਸਫੀਸ਼ੀਐਂਸੀ ਦੇ ਕੁਐਸਚਨ ਬਹੁਤ ਡਿਫਿਕਲਟ ਲੱਗਦੇ ਨੇ ਤੇ ਇਹਨਾਂ ਜਿਹੜਾ ਟਾਈਮ ਹੈ ਉਹ ਵੀ ਕਾਫੀ ਜ਼ਿਆਦਾ ਲੱਗਦਾ ਹੈ, ਲੈਂਦੀ ਵੀ ਹੁੰਦੇ ਨੇ, ਮਲਟੀਪਲ ਆਪਸ਼ਨਸ ਹੁੰਦੀਆਂ ਨੇ। Candidates need to ensure that they do not panic seeing the length of question and guess the answer to the question। ਤੁਸੀਂ ਕਦੇ ਵੀ ਡੇਟਾ ਸਫੀਸ਼ੀਐਂਸੀ ਨੂੰ ਦੇਖ ਕੇ ਘਬਰਾਉਣਾ ਨਹੀਂ ਹੈ, ਬਿਲਕੁਲ ਕਾਮ ਕੰਪੋਜ਼ ਤਰੀਕੇ ਦੇ ਨਾਲ, ਸ਼ਾਂਤੀ ਦੇ ਨਾਲ ਇੱਕ ਸਿਚੁਏਸ਼ਨ ਨੂੰ ਪੜ੍ਹਨਾ ਹੈ, ਨਾਲ ਦੀ ਨਾਲ ਤੁਸੀਂ ਦੇਖੀ ਜਾਣਾ ਕਿ ਉਹ ਸਿਚੁਏਸ਼ਨ ਕਹਿ ਕੀ ਰਹੀ ਹੈ, ਫਿਰ ਤੁਸੀਂ ਆਪਸ਼ਨਸ ਦੇ ਵਿੱਚੋਂ ਆਨਸਰ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਪਹਿਲਾਂ ਅੱਗੇ ਜਿਹੜੇ 4 ਕੁਐਸਚਨ ਨੇ ਉਹ ਇਸ ਇਨਫੋਰਮੇਸ਼ਨ ਦੇ ਉੱਤੇ बेस्ड ने। पहला ਆਪਾਂ क्वेश्चन ਚੰਗੀ ਤਰ੍ਹਾਂ ਪੜਾਂਗੇ। For each of the question given below, ਦੋ statements ਨੇ 1 ਤੇ 2, analyze and answer whether the data provided in two statement are sufficient to answer the question or not। ਹੁਣ 4 ਕੁਐਸਚਨ ਨੇ, ਚਾਰਾਂ ਕੁਐਸਚਨਾਂ ਦੇ ਵਿੱਚ ਦੋ ਸਟੇਟਮੈਂਟ ਨੇ। ਆਪਾਂ ਨੇ ਸਿਰਫ ਇਹ ਦੱਸਣਾ, 5 ਆਪਸ਼ਨਾਂ ਹੋਣਗੀਆਂ, ਸਿਰਫ ਇਹ ਦੱਸਣਾ ਕਿ ਜਿਹੜਾ ਕੁਐਸਚਨ ਹੈ ਉਹਦਾ ਆਨਸਰ ਇੱਕ ਸਟੇਟਮੈਂਟ ਦੇ ਆਧਾਰ ਤੇ ਨਿਕਲ ਰਿਹਾ ਹੈ ਜਾਂ ਦੋਨੋਂ ਦੇ ਆਧਾਰ ਤੇ ਨਿਕਲ ਜੂਗਾ, ਜਾਂ ਸਿਰਫ ਪਹਿਲੀ ਸਟੇਟਮੈਂਟ ਦੇ ਬੇਸਿਸ ਤੇ ਆਨਸਰ ਆਪਣਾ ਨਿਕਲ ਰਿਹਾ ਜਾਂ ਸਿਰਫ ਦੂਜੀ ਤੇ, ਜਾਂ ਫਿਰ ਦੋਨੋਂ ਸਟੇਟਮੈਂਟ ਹੀ ਗਲਤ ਨੇ, ਆਨਸਰ ਹੀ ਨਹੀਂ ਆ ਰਿਹਾ ਦੋਨਾਂ ਦਾ ਡੇਟਾ ਇਕੱਠਾ ਕਰਕੇ, ਜਾਂ ਫਿਰ ਆਨਸਰ ਕੱਢਣ ਦੇ ਲਈ ਦੋਨੋਂ ਸਟੇਟਮੈਂਟ ਦੇ ਡੇਟਾ ਦੀ ਜ਼ਰੂਰਤ ਪਊਗੀ। ਸੋ ਅਲੱਗ-ਅਲੱਗ ਸਿਚੁਏਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਨੇ ਟਿਕ ਕਰਨਾ ਆਪਸ਼ਨਸ ਦੇ ਵਿੱਚੋਂ। ਜੇ ਡੇਟਾ ਸਟੇਟਮੈਂਟ 1 ਦਾ ਸਹੀ ਹੈ ਤਾਂ ਉੱਥੇ ਤੁਸੀਂ ਆਪਸ਼ਨ A ਨੂੰ ਟਿਕ ਕਰਨਾ। ਜੇ ਡੇਟਾ ਕੱਲੀ ਸਟੇਟਮੈਂਟ 2 ਦਾ ਸਹੀ ਹੈ, ਸਫੀਸ਼ੀਐਂਟ ਹੈ, ਤੁਹਾਡਾ ਆਨਸਰ ਨਿਕਲ ਰਿਹਾ ਕੁਐਸਚਨ ਦਾ, ਤਾਂ ਉੱਥੇ ਆਪਸ਼ਨ B ਨੂੰ ਟਿਕ ਕਰਨਾ। ਜੇ ਡੇਟਾ ਦੋਨਾਂ ਵਿੱਚੋਂ ਇੱਕ ਸਟੇਟਮੈਂਟ ਦਾ ਸਫੀਸ਼ੀਐਂਟ ਹੈ ਆਨਸਰ ਕਰਨ ਦੇ ਲਈ, ਦੈਨ C। ਜੇ ਡੇਟਾ ਦੋਨਾਂ ਦਾ ਹੀ ਸਫੀਸ਼ੀਐਂਟ ਨਹੀਂ ਹੈ, ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਉੱਥੇ ਤੁਸੀਂ D ਆਪਸ਼ਨ ਨੂੰ ਟਿਕ ਕਰਨਾ। ਤੇ E, ਜੇ ਦੋਨੋਂ ਸਟੇਟਮੈਂਟਸ ਦਾ ਡੇਟਾ ਇਕੱਠਾ ਕਰਕੇ ਤੁਹਾਡਾ ਆਨਸਰ ਨਿਕਲ ਰਿਹਾ ਹੈ, ਸੋ ਆਪਸ਼ਨ E। ਇਸ ਤਰੀਕੇ ਨਾਲ ਪਹਿਲਾਂ ਤਾਂ ਤੁਸੀਂ ਕੁਐਸਚਨ ਨੂੰ ਸਮਝਣਾ ਹੈ ਕਿ ਆਪਸ਼ਨ ਕਿਹੜੀ ਉੱਥੇ ਤੁਸੀਂ ਟਿਕ ਕਰਨੀ ਹੈ ਤੇ ਉਹ ਆਪਸ਼ਨ ਕਿਸ ਆਧਾਰ ਉੱਤੇ ਹੈ। ਸਟਾਰਟ ਕਰਦੇ ਹਾਂ। ਫਰਸਟ ਕੁਐਸਚਨ, ਹਾਊ ਮੈਨੀ ਚਿਲਡਰਨ ਆਰ देयर ਬਿਟਵੀਨ ਪ੍ਰਿਆ ਐਂਡ ਰਸ਼ਮੀ ਇਨ ਅ ਰੋ ਆਫ ਚਿਲਡਰਨ। ਸੋ ਹੁਣ ਡੇਟਾ ਸਫੀਸ਼ੀਐਂਸੀ ਨੂੰ ਆਪਾਂ ਨੇ ਕਿਵੇਂ ਅਪਲਾਈ ਕਰਨਾ। ਜੋ ਕੁਐਸਚਨ ਪੁੱਛਿਆ ਇਹਨਾਂ ਨੇ ਕਿ ਰਸ਼ਮੀ ਤੇ ਪ੍ਰਿਆ ਇੱਕ ਲਾਈਨ ਦੇ ਵਿੱਚ ਨੇ ਬੱਚਿਆਂ ਦੀ, ਉਹਨਾਂ ਦੋਨਾਂ ਦੇ ਵਿਚਕਾਰ ਕਿੰਨੇ ਬੱਚੇ ਨੇ। ਹੁਣ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਦੋ ਸਟੇਟਮੈਂਟ ਅਲੱਗ-ਅਲੱਗ ਡੇਟਾ ਦੇ ਰਹੀਆਂ ਨੇ। ਹੁਣ ਆਪਾਂ ਨੇ ਜੋ ਪਿੱਛੇ 5 ਮੈਂ ਤੁਹਾਨੂੰ ਆਪਸ਼ਨਸ ਦੱਸੀਆਂ ਨੇ ਉਹਨਾਂ ਦੇ ਅਕੋਰਡਿੰਗ ਦੇਖਣਾ ਕਿਹੜੀ ਆਪਸ਼ਨ ਅਪਲਾਈ ਹੁੰਦੀ ਹੈ। ਸੋ ਪਹਿਲੀ ਸਟੇਟਮੈਂਟ, ਪ੍ਰਿਆ ਇਜ਼ 15 ਫਰੋਮ ਲੈਫਟ, ਇੱਕ ਰੋ ਹੈ, ਪ੍ਰਿਆ ਖੱਬੇ ਪਾਸਿਓਂ ਹੈ 15 ਨੰਬਰ ਤੇ। ਰਸ਼ਮੀ ਇਜ਼ ਐਗਜ਼ੈਕਟਲੀ ਇਨ ਦ ਮਿਡਲ, ਰਸ਼ਮੀ ਬਿਲਕੁਲ ਵਿਚਕਾਰ ਹੈ। ਐਂਡ देयर आर 10 children towards his right, ਰਸ਼ਮੀ ਦੇ ਸੱਜੇ ਹੱਥ 10 ਜਾਣੇ ਨੇ। ਸੋ ਜਿਹੜੀ ਰਸ਼ਮੀ ਹੈ ਉਹ ਸੈਂਟਰ ਦੇ ਵਿੱਚ ਹੈ ਤੇ ਉਹਦੇ ਰਾਈਟ ਸਾਈਡ ਤੇ ਕਿੰਨੇ ਨੇ 10 ਜਾਣੇ ਨੇ, ਤੇ ਉਹਦੇ ਹੁਣ ਲੈਫਟ ਤੇ ਕਿੰਨੇ ਜਾਣੇ ਨੇ। ਹੁਣ ਜੇ ਇਹਨਾਂ ਨੇ ਕਹਿਤਾ ਕਿ ਉਹ ਵਿਚਕਾਰ ਹੈ ਬਿਲਕੁਲ ਤੇ ਉਹਦੇ ਰਾਈਟ ਤੇ 10 ਜਾਣੇ ਨੇ, ਮਤਲਬ ਕਿ ਉਹਦੇ ਲੈਫਟ ਤੇ ਕਿੰਨੇ ਜਾਣੇ ਹੋ ਗਏ 10। ਇਹ ਚੀਜ਼ ਆਪਾਂ ਨੂੰ ਕਲੀਅਰ ਹੋ ਗਈ।
ਤਾਂ ਮਤਲਬ ਜਦੋਂ ਆਪਾਂ ਲੈਫਟ ਤੋਂ ਦੇਖਾਂਗੇ ਤਾਂ ਰਸ਼ਮੀ ਹੈਗੀ ਹੈ 11ਵੇਂ ਨੰਬਰ ਤੇ ਇਹ ਕਿੰਨੇਵੇਂ ਨੰਬਰ ਤੇ ਸੀ 15ਵੇਂ ਤੇ ਹੁਣ ਇਹਨੂੰ ਆਪਾਂ ਉਰੇ ਅੱਗੇ ਸ਼ਿਫਟ ਕਰ ਦਾਂਗੇ। ਤਾਂ ਹੁਣ ਰਸ਼ਮੀ ਤੇ ਇਹਦੇ ਵਿਚਕਾਰ ਕਿੰਨੇ ਜਾਣੇ ਹੋ ਗਏ 11 ਤੇ 15 ਦੇ ਵਿਚਕਾਰ 12 13 14 ਤਿੰਨ ਚਿਲਡਰਨ ਨੇ ਰਸ਼ਮੀ ਤੇ ਪ੍ਰਿਆ ਦੇ ਵਿਚਕਾਰ। ਹੁਣ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਕੀ ਆਪਣੇ ਲਈ ਸਿਰਫ ਪਹਿਲੀ ਸਟੇਟਮੈਂਟ ਸਫੀਸ਼ੀਐਂਟ ਸੀ ਜਾਂ ਆਪਣੇ ਲਈ ਸਿਰਫ ਦੂਜੀ ਸਟੇਟਮੈਂਟ ਨਾਲ ਆਨਸਰ ਨਿਕਲ ਰਿਹਾ ਸੀ? ਸੋ ਦਾ ਆਨਸਰ ਇਜ਼ ਨੋ। ਦੋਨੋਂ ਸਟੇਟਮੈਂਟ ਦੇ ਡੇਟਾ ਨੂੰ ਇਕੱਠਾ ਕਰਕੇ ਹੀ ਆਪਣੇ ਇਸ ਕੁਐਸਚਨ ਦਾ ਆਨਸਰ ਆਇਆ ਕਿ ਦੋਨਾਂ ਦੇ ਵਿਚਕਾਰ ਤਿੰਨ ਬੱਚੇ ਨੇ। ਸੋ ਇਸ ਲਈ ਸਹੀ ਆਨਸਰ ਹੋ ਜਾਂਦਾ 3 ਆਪਸ਼ਨ ਈ। ਅੱਗੇ ਚੱਲਦੇ ਹਾਂ, ਹਾਊ ਇਜ਼ A ਰਿਲੇਟਡ ਟੂ B? ਸੋ ਹੁਣ ਇੱਕ ਰਿਲੇਸ਼ਨ ਵਾਲਾ ਕੁਐਸਚਨ ਆ ਗਿਆ। Q ਸਿਸਟਰ A, Q ਦੀ ਜੋ ਭੈਣ ਹੈ A, ਉਹ B ਦੇ ਫਾਦਰ ਨਾਲ ਮੈਰਿਡ ਹੈ। ਸੋ ਮਤਲਬ B ਦੇ ਫਾਦਰ ਨਾਲ ਮੈਰਿਡ ਹੈ, ਉਰੇ ਮੰਨ ਲਓ X। ਤਾਂ ਹੁਣ ਉਰੇ A ਤੇ B ਦਾ ਰਿਲੇਸ਼ਨ ਕੀ ਹੋ ਗਿਆ? ਪੇਰੈਂਟਸ ਦਾ ਰਿਲੇਸ਼ਨ ਹੋ ਗਿਆ, ਮਤਲਬ A ਪੇਰੈਂਟ ਹੈ B ਦਾ। ਸੋ ਆਪਾਂ ਨੂੰ ਪਹਿਲੀ ਸਟੇਟਮੈਂਟ ਤੋਂ ਰਿਲੇਸ਼ਨ ਕਲੀਅਰ ਹੋ ਰਿਹਾ ਹੈ ਕਿ A B ਦੇ ਨਾਲ ਕਿਵੇਂ ਰਿਲੇਟਡ ਹੈ। ਹੁਣ ਸਟੇਟਮੈਂਟ ਸੈਕਿੰਡ ਹੈ ਜਿਹੜੀ B ਐਂਡ X, B ਤੇ X ਬੱਚੇ ਨੇ P ਤੇ A ਦੇ। P ਜੋ ਵਾਈਫ ਹੈ A ਦੀ, ਮਤਲਬ A ਕੌਣ ਹੈ? ਫਾਦਰ B ਦਾ, ਮਤਲਬ ਅਗੇਨ ਪੇਰੈਂਟਸ ਹੋ ਗਏ। ਸੋ ਉਰੋਂ ਵੀ ਰਿਲੇਸ਼ਨ ਕਲੀਅਰ ਹੋ ਰਿਹਾ ਕਿ B ਤੇ A ਤੇ B ਕੀ ਨੇ ਆਪਸ ਦੇ ਵਿੱਚ? A ਪੇਰੈਂਟ ਹੈ ਤੇ A ਹੈ ਚਿਲਡਰਨ। ਦੋਨੋਂ ਸਟੇਟਮੈਂਟ ਸੇਮ ਆਪਾਂ ਨੂੰ ਰਿਲੇਸ਼ਨ ਕਲੀਅਰ ਕਰ ਰਹੀਆਂ ਨੇ। ਸੋ ਇੰਡੀਵਿਜੂਅਲੀ ਈਦਰ ਸਟੇਟਮੈਂਟ ਇਜ਼ ਸਫੀਸ਼ੀਐਂਟ। ਸੋ ਰਾਈਟ ਆਂਸਰ ਇਜ਼ ਆਪਸ਼ਨ 4C। ਅੱਗੇ ਹੈ ਤੀਜਾ ਕੁਐਸਚਨ, ਮੋਹਨ ਆਪਣਾ ਇਸ ਸਾਲ ਜਨਮ ਦਿਨ ਕਦੋਂ ਮਨਾਓ? ਪਹਿਲੀ ਸਟੇਟਮੈਂਟ ਕਹਿ ਰਹੀ ਹੈ ਮੋਹਨ ਦਾ ਜਨਮ ਦਿਨ ਹੈ 13 ਤੇ 15 ਮਾਰਚ ਦੇ ਵਿਚਕਾਰ। 13 ਨੂੰ ਕੀ ਹੈ? ਬੁੱਧਵਾਰ। ਤਾਂ ਆਪਾਂ ਨੂੰ ਪਤਾ ਚੱਲ ਰਿਹਾ ਹੈ ਕਿ 15 ਨੂੰ ਕੀ ਹੋ ਰਿਹਾ ਹੈ? ਸ਼ੁੱਕਰਵਾਰ। ਹੁਣ 13 ਤੇ 15 ਦੇ ਵਿਚਕਾਰ, ਬਿਟਵੀਨ, ਵਿਚਕਾਰ ਤਾਂ ਸਿਰਫ 21 ਦਿਨ ਬਚਦਾ 14 ਦਾ। ਸੋ ਪਹਿਲੀ ਸਟੇਟਮੈਂਟ ਨਾਲ ਹੀ ਆਪਾਂ ਨੂੰ ਕੱਲੀ ਨਾਲ ਪਤਾ ਚੱਲ ਰਿਹਾ ਸੀ ਕਿ ਉਰੇ ਆਨਸਰ ਕੀ ਹੋ ਸਕਦਾ ਹੈ। ਸੋ ਆਨਸਰ ਹੋ ਸਕਦਾ ਹੈ 14 ਮਾਰਚ। ਸੋ ਸਿਰਫ ਆਪਸ਼ਨ A ਉਰੇ ਸਫੀਸ਼ੀਐਂਟ ਸੀ। ਸੈਕਿੰਡ ਸਟੇਟਮੈਂਟ ਵੱਲ ਤਾਂ ਆਪਾਂ ਨੂੰ ਦੇਖਣ ਦੀ ਵੀ ਜ਼ਰੂਰਤ ਨਹੀਂ ਪਈ। ਉਸ ਤੋਂ ਬਾਅਦ ਹੈ what is the code for cloud in the code language? ਪਹਿਲੀ ਸਟੇਟਮੈਂਟ 'ਚ ਲਿਖਿਆ ਹੋਇਆ clouds is blue is written as C-ra-fa। ਦੂਜੀ ਵਿੱਚ ਹੈ make it blue C-ga-zo। ਸੋ ਹੁਣ ਇਹਨਾਂ ਦੋਨਾਂ ਵਿੱਚ ਜਿਹੜੀ ਚੀਜ਼ ਉਰੇ ਆਪਾਂ ਨੂੰ ਕਾਮਨ ਦਿਖ ਰਹੀ ਹੈ ਉਹ ਹੈ ਸਿਰਫ C ਤੇ C ਤੇ ਵਰਡ ਕੀ ਕਾਮਨ ਹੈ? blue। ਤਾਂ ਮਤਲਬ blue ਦਾ ਕੋਡ ਹੈ C। ਹੁਣ ਕਲਾਉਡ ਦਾ ਕੋਡ ਦੇ ਲਈ ਕੋਈ ਵੀ ਨਾ ਤਾਂ ਚੀਜ਼ ਆਪਸ਼ਨ ਹੈ ਨਾ ਕਲਾਉਡ, ਦੋਨੋਂ ਉਰੇ ਕੋਡਿੰਗ ਲੈਂਗੁਏਜ ਦੇ ਵਿੱਚ ਕਾਮਨ ਹੈ। ਸੋ ਕਲਾਉਡ ਦਾ ਕੋਡ ਆਪਾਂ ਨੂੰ ਦੋਨੋਂ ਸਟੇਟਮੈਂਟਸ ਤੋਂ ਹੀ ਪਤਾ ਨਹੀਂ ਲੱਗ ਰਿਹਾ, ਇਸੇ ਲਈ ਇਸ ਕੁਐਸਚਨ ਦਾ ਆਨਸਰ ਹੈ ਆਪਸ਼ਨ 4D।